ਆਪਾਂ ਅੱਜ ਗੱਲ ਕਰਨੀ ਹੈ ਕਬੀਲਾਈ ਸੱਭਿਆਚਾਰ ਦੇ ਕੁਝ ਨਿਖੜਵੇਂ ਲੱਛਣਾਂ ਦੇ ਬਾਰੇ, ਜਿਨ੍ਹਾਂ ਦੇ ਆਧਾਰ ਦੇ ਉੱਪਰ ਅਸੀਂ ਕਬੀਲਾਈ ਸੱਭਿਆਚਾਰ ਨੂੰ ਨਿਖੇੜ ਸਕਦੇ ਹਾਂ, ਜਿਸ ਨੂੰ ਅਸੀਂ ਸ਼ਹਿਰੀ, ਪੇਂਡੂ ਜਾਂ ਮੁੱਖ ਧਾਰਾ ਦਾ ਸੱਭਿਆਚਾਰ ਕਹਿੰਦੇ ਹਾਂ। ਤੇ ਜੇ ਕੋਈ ਸ਼ਬਦ ਇਸ ਦੇ ਬਰਾਬਰ ਰੱਖਣਾ ਹੋਵੇ ਤਾਂ ਉਹਨੂੰ ਤੁਸੀਂ ਆਧੁਨਿਕ ਸੱਭਿਆਚਾਰ ਵੀ ਕਹਿ ਸਕਦੇ ਹੋ ਜਾਂ ਮੁੱਖ ਧਾਰਾ ਦਾ ਸੱਭਿਆਚਾਰ ਵੀ ਕਹਿ ਸਕਦੇ ਹਾਂ। ਰੌਚਕ ਗੱਲ ਇਹ ਹੈ ਕਿ ਬਹੁਤ ਸਾਰੇ ਕਬੀਲਿਆਂ ਦੇ ਉੱਪਰ ਤਾਂ ਕੰਮ ਹੋਇਆ, ਖੋਜ ਦਾ ਕੰਮ। ਵੱਖ-ਵੱਖ ਪੰਜਾਬ ਦੇ ਕਬੀਲਿਆਂ ਬਾਰੇ ਵੀ ਖੋਜ ਦਾ ਕੰਮ ਹੋਇਆ, ਤੇ ਜਿਹੜੇ ਹੋਰ ਇੱਕ ਵਿਸ਼ੇਸ਼ ਧਰਤੀ ਉੱਪਰ ਸਥਾਈ ਤੌਰ ਤੇ ਰਹਿਣ ਵਾਲੇ ਕਬੀਲੇ ਨੇ, ਜੰਗਲਾਂ ਜਾਂ ਕਿਸੇ ਖਿੱਤੇ ਦੇ ਵਿੱਚ ਰਹਿਣ ਵਾਲੇ ਕਬੀਲੇ ਨੇ, ਉਹਨਾਂ ਦੇ ਉੱਪਰ ਵੀ ਕਾਫੀ ਸਾਰੇ ਖੋਜ ਕਾਰਜ ਹੋਏ ਨੇ। ਪਰ ਰੌਚਕ ਗੱਲ ਇਹ ਹੈ ਕਿ ਜਿਹੜੀ ਜੈਨਰਲਾਈਜੇਸ਼ਨ ਹੋਣੀ ਹੁੰਦੀ ਹੈ ਕਿ ਸਾਰੇ ਜਿੰਨੇ ਵੀ ਕਬੀਲੇ ਸਾਡੇ ਸੰਪਰਕ ਦੇ ਵਿੱਚ ਆਉਂਦੇ ਨੇ ਜਾਂ ਜਿਨ੍ਹਾਂ ਦੇ ਉੱਪਰ ਅਸੀਂ ਖੋਜ ਕੀਤੀ ਹੈ, ਉਹਨਾਂ ਦੀ ਜੀਵਨ ਸ਼ੈਲੀ ਦੇ ਆਧਾਰ ਦੇ ਉੱਪਰ ਕਬੀਲਾਈ ਸੱਭਿਆਚਾਰ ਦੇ ਬਾਰੇ ਕੁਝ ਧਾਰਨਾਵਾਂ, ਸਾਂਝੀਆਂ ਧਾਰਨਾਵਾਂ ਜਾਂ ਸਾਂਝੇ ਲੱਛਣ ਨਿਖੇੜ ਕੇ ਦੱਸੇ ਗਏ ਹੋਣ, ਇਸ ਕਿਸਮ ਦਾ ਕੰਮ ਜਿਹੜਾ ਹੈਗਾ ਉਹ ਜਾਂ ਮਿਲਦਾ ਨਹੀਂ, ਜਾਂ ਮੈਂ ਕਹਿ ਸਕਦਾ ਕਿ ਮੇਰੇ ਧਿਆਨ ਦੇ ਵਿੱਚ ਹਾਲੇ ਨਹੀਂ ਆਇਆ। ਘੱਟੋ ਘੱਟ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬੀ ਦੇ ਵਿੱਚ ਜੋ ਕਬੀਲਾ ਸੱਭਿਆਚਾਰ ਦੇ ਉੱਪਰ ਕੰਮ ਹੋਏ ਨੇ, ਉਹਨਾਂ ਵਿੱਚ ਇਸ ਗੱਲ ਨੂੰ ਬਹੁਤਾ ਤਵੱਜੋ ਨਹੀਂ ਦਿੱਤੀ ਗਈ, ਬਹੁਤੀ ਤਵੱਜੋ ਨਹੀਂ ਦਿੱਤੀ ਗਈ ਕਿ ਕਬੀਲਾ ਸੱਭਿਆਚਾਰ ਦੇ ਸਾਂਝੇ ਲੱਛਣ ਨਿਖੇੜੇ ਜਾਣ। ਮੈਂ ਜਿਸ ਵਿਦਿਆਰਥੀ ਬਾਰੇ ਗੱਲ ਕੀਤੀ ਸੀ ਪਹਿਲਾਂ ਕਿ ਉਸਨੇ ਗਾਡੀ ਲੋਹਾਰ ਦੇ ਕੰਦੋਲਿਆਂ ਦੇ ਉੱਪਰ ਕੰਮ ਕੀਤਾ, ਮਨਿੰਦਰਪ੍ਰੀਤ ਸਿੰਘ, ਉਸ ਦਾ ਹੁਣ ਖੋਜ ਦਾ ਵਿਸ਼ਾ ਇਹੀ ਹੈ ਕਿ ਪੰਜਾਬ ਦੇ ਜਿਹੜੇ ਕਬੀਲੇ ਨੇ, ਉਹਨਾਂ ਦੇ ਸਾਂਝੇ ਅਧਿਐਨ ਦੇ ਆਧਾਰ ਦੇ ਉੱਪਰ ਕੋਈ ਇਸ ਤਰ੍ਹਾਂ ਦੀਆਂ ਧਾਰਨਾਵਾਂ ਜਾਂ ਜੈਨਰਲਾਈਜੇਸ਼ਨ ਬਣਾਈਆਂ ਜਾ ਸਕਦੀਆਂ ਹੋਣ, ਜਿਨ੍ਹਾਂ ਦੇ ਆਧਾਰ ਤੇ ਅਸੀਂ ਕਬੀਲਾ ਸੱਭਿਆਚਾਰ ਦੇ ਨਿਖੜਵੇਂ ਲੱਛਣਾਂ ਦੀ ਪਛਾਣ ਕਰ ਸਕੀਏ। ਪਰ ਹਾਲ ਦੀ ਘੜੀ ਸਾਡੇ ਕੋਲ ਕੋਈ ਨਿੱਤਰਵੀਆਂ ਜਿਹੜੀਆਂ ਚੀਜ਼ਾਂ ਨੇ, ਨਿੱਤਰਵੀਆਂ ਧਾਰਨਾਵਾਂ ਹੈ ਨਹੀਂ। ਇਸ ਕਰਕੇ ਅਸੀਂ ਅਨੁਮਾਨ ਦੇ ਆਧਾਰ ਤੇ ਹੀ ਕੁਝ ਗੱਲਾਂ ਕਰ ਸਕਦੇ ਹੋਵਾਂਗੇ, ਅਸੀਂ ਅਨੁਮਾਨ ਲਗਾ ਸਕਦੇ ਹੋਵਾਂਗੇ। ਜਿਹੜੀ ਸਭ ਤੋਂ ਪਹਿਲੀ ਚੀਜ਼ ਹੈ ਉਹ ਇਹ ਕਹੀ ਜਾ ਸਕਦੀ ਹੈ ਕਿ ਕਬੀਲੇ ਜਿਹੜੇ ਹੈਗੇ ਨੇ ਉਹ ਇੱਕ ਤਰ੍ਹਾਂ ਨਾਲ ਇੱਕ ਅੰਤਰਮੁਖੀ ਕਿਸਮ ਦਾ ਸਮੂਹ ਹੈ, ਜਿਹੜਾ ਬਾਹਰਵਰਤੀ ਲੋਕਾਂ ਦੇ ਨਾਲ, ਜਿਹੜੇ ਉਹਨਾਂ ਦੇ ਕਬੀਲੇ ਤੋਂ ਬਾਹਰ ਦੇ ਲੋਕ ਨੇ, ਉਹਨਾਂ ਦੇ ਨਾਲ ਬਹੁਤਾ ਰਚਦਾ ਮਿਚਦਾ ਜਾਂ ਉਹਨਾਂ ਦੇ ਨਾਲ ਬਹੁਤ ਸਥਾਈ ਕਿਸਮ ਦੇ ਸੰਬੰਧਾਂ ਦੇ ਵਿੱਚ ਨਹੀਂ ਵੱਝਦਾ, ਉਹਨਾਂ ਤੋਂ ਨਿਖੜ ਕੇ ਰਹਿੰਦਾ ਹੈ। ਬਹੁਤ ਸਾਰੀਆਂ ਗੱਲਾਂ ਅਸਲ 'ਚ ਇਸੇ ਨਾਲ ਜੁੜੀਆਂ ਹੋਈਆਂ ਨੇ, ਇਸ ਨਿਖੇੜੇ ਨਾਲ ਹੀ ਜੁੜੀਆਂ ਹੋਈਆਂ ਨੇ। ਜਿਹੜੀਆਂ ਵੀ ਧਾਰਨਾਵਾਂ ਜਾਂ ਜਿਹੜੇ ਵੀ ਅਸੀਂ ਪਰਿਕਲਪਨਾਵਾਂ ਇਸ ਦੇ ਵਿੱਚ ਪੇਸ਼ ਕਰਾਂਗੇ, ਉਹਦਾ ਸੰਬੰਧ ਅਸਲ ਵਿੱਚ ਮੁੱਖ ਧਾਰਾ ਜਾਂ ਆਧੁਨਿਕ ਸੱਭਿਆਚਾਰ ਨੂੰ ਪਰਨਾਏ ਹੋਏ ਲੋਕਾਂ ਤੋਂ ਨਿਖੜ ਕੇ ਰਹਿਣਾ, ਇਹੀ ਇੱਕ ਮੁੱਖ ਲੱਛਣ ਬਣਦਾ ਹੈ। ਤੇ ਇਹਦੇ ਵਿੱਚ ਇਹ ਗੱਲ ਵੀ ਸਾਨੂੰ ਕਰਨੀ ਪਊਗੀ ਕਿ ਜਦੋਂ ਅਸੀਂ ਕਰ ਰਹੇ ਹਾਂ ਗੱਲ ਕਬੀਲਿਆਂ ਦੇ ਸਾਂਝੇ ਲੱਛਣਾਂ ਬਾਰੇ, ਤਾਂ ਘੁਮੰਤੂ ਕਬੀਲਿਆਂ ਦੇ ਸਾਂਝੇ ਲੱਛਣਾਂ ਦੇ ਵਿੱਚ ਤੇ ਜਿਹੜੇ ਟਿਕ ਕੇ ਰਹਿਣ ਵਾਲੇ ਕਬੀਲੇ ਨੇ, ਇੱਕ ਵਿਸ਼ੇਸ਼ ਖੇਤਰ ਦੇ ਵਿੱਚ ਰਹਿਣ ਵਾਲੇ ਕਬੀਲੇ ਨੇ, ਉਹਨਾਂ ਦੇ ਸਾਂਝੇ ਲੱਛਣਾਂ ਦੇ ਵਿੱਚ ਕੁਝ ਇੱਕ ਨਿਖੇੜੇ ਵੀ ਹੋਣਗੇ, ਜਿਨ੍ਹਾਂ ਵਿੱਚੋਂ ਜੋ ਵੀ ਹੁਣ ਤੱਕ ਧਾਰਨਾਵਾਂ ਪੇਸ਼ ਕੀਤੀਆਂ ਗਈਆਂ ਨੇ, ਭਾਵੇਂ ਉਹ ਇਨਸਾਈਕਲੋਪੀਡੀਆ ਦੇ ਵਿੱਚ ਨੇ ਜਾਂ ਉਹ ਡੀ.ਐਨ. ਮਜੁਮਦਾਰ ਵਰਗੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਦਿੱਤੀਆਂ ਨੇ, ਜਾਂ ਸਾਡੇ ਆਪਣੇ ਡਾਕਟਰ ਦਰਿਆ ਵਰਗਿਆਂ ਨੇ ਦਿੱਤੀਆਂ ਨੇ, ਉਹਨਾਂ ਧਾਰਨਾਵਾਂ ਦੇ ਵਿੱਚ ਇੱਕ ਗੱਲ ਅਕਸਰ ਜਿਹੜੀ ਕੀਤੀ ਜਾਂਦੀ ਹੈ ਕਿ ਜਦੋਂ ਗੱਲ ਕੀਤੀ ਜਾਂਦੀ ਹੈ ਕਬੀਲਿਆਂ ਦਾ ਇੱਕ ਵਿਸ਼ੇਸ਼ ਰਹਿਣ ਦਾ ਖਿੱਤਾ, ਤਾਂ ਇਹ ਗੱਲ ਘੁਮੰਤੂ ਕਬੀਲਿਆਂ ਉੱਪਰ ਲਾਗੂ ਨਹੀਂ ਹੁੰਦੀ, ਖਾਨਾ ਬਦੋਸ਼ ਕਬੀਲਿਆਂ ਉੱਪਰ ਲਾਗੂ ਨਹੀਂ ਹੁੰਦੀ। ਇਹ ਸਿਰਫ ਜਿਹੜਾ ਵਿਸ਼ੇਸ਼ ਖੇਤਰ ਜਾਂ ਖਿੱਤਾ ਹੈਗਾ, ਵਿਸ਼ੇਸ਼ ਭੂਮੀ ਆ, ਇਹ ਉਹਨਾਂ ਕਬੀਲਿਆਂ ਦੇ ਉੱਪਰ ਹੀ ਗੱਲ ਲਾਗੂ ਹੋਊਗੀ ਜਿਹੜੇ ਕਿ ਕਿਸੇ ਖਾਸ ਥਾਂ ਦੇ ਉੱਪਰ ਟਿਕ ਕੇ ਰਹਿੰਦੇ ਨੇ। ਤਾਂ ਕੁਝ ਕੁ ਲੱਛਣ ਇਸ ਤਰ੍ਹਾਂ ਦੇ ਵੀ ਹੋਣਗੇ। ਤੇ ਕਿਉਂਕਿ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਕਬੀਲੇ ਨੇ, ਇਹਨਾਂ ਦੀ ਪਰਿਸਥਿਤੀ ਤੇ ਇਹਨਾਂ ਦਾ ਪਿਛੋਕੜ ਕੁਝ ਇਸ ਤਰ੍ਹਾਂ ਦਾ ਹੈ ਕਿ ਇਹਨਾਂ ਦੇ ਆਪਣੇ ਕੁਝ ਵੱਖਰੇ ਲੱਛਣ ਵੀ ਸਾਹਮਣੇ ਆ ਜਾਣਗੇ, ਕਿਉਂਕਿ ਇਹ ਉਹ ਲੋਕ ਵੀ ਨੇ ਜਿਹੜੇ ਕਿ ਜਿਹੜੇ
ਖਾਸ ਖਿੱਤੇ ਦੇ ਵਿੱਚ ਰਹਿਣ ਵਾਲੇ ਕਬੀਲਿਆਂ ਦੀ ਤੁਲਨਾ ਦੇ ਵਿੱਚ ਆਮ ਲੋਕਾਂ ਦੇ ਨਾਲ ਮੁਕਾਬਲਤਨ ਜ਼ਿਆਦਾ ਮਿਲਦੇ ਜੁਲਦੇ ਨੇ, ਹਨਾ। ਕਿਉਂਕਿ ਇਹ ਜੋ ਕੁਝ ਬਣਾਉਂਦੇ ਨੇ ਤੇ ਜਿਹੜੇ ਉਹ ਕੰਮ ਕਰਦੇ ਨੇ, ਉਸ ਕੰਮ ਦੀ ਵੇਚ ਵਟਤ ਵਾਸਤੇ ਤੇ ਆਪਣੀ ਜਿਹੜੀ ਰੋਜ਼ੀ ਰੋਟੀ ਕਮਾਉਣ ਵਾਸਤੇ ਇਹਨਾਂ ਦੀ ਜਿਹੜੀ ਨਿਰਭਰਤਾ ਹੈਗੀ ਆ, ਉਹ ਆਪਣੇ ਤੋਂ ਬਾਹਰਲੇ ਜਿਹੜੇ ਲੋਕ ਨੇ, ਕਬੀਲੇ ਤੋਂ ਬਾਹਰ ਦੇ ਲੋਕ ਨੇ, ਉਹਨਾਂ ਦੇ ਉੱਪਰ ਹੈ। ਉਦਾਹਰਨ ਦੇ ਰੂਪ ਦੇ ਵਿੱਚ ਜੇ ਕੋਈ ਖਿੱਤਾ ਕਿਸੇ ਜੰਗਲ ਦੇ ਵਿੱਚ ਰਹਿੰਦਾ ਹੈ, ਤਾਂ ਉਸ ਦੀ ਬਾਹਰ ਦੇ ਲੋਕਾਂ ਦੇ ਨਾਲ, ਆਪਣੇ ਕਬੀਲੇ ਤੋਂ ਬਾਹਰਲੇ ਜਾਂ ਕਹੀਏ ਕਿ ਮੁੱਖ ਧਾਰਾ ਦੇ ਸੱਭਿਆਚਾਰ ਜਾਂ ਆਧੁਨਿਕ ਸੱਭਿਆਚਾਰ ਨੂੰ ਅਪਣਾਏ ਹੋਏ ਲੋਕਾਂ ਦੇ ਉੱਪਰ ਕੋਈ ਨਿਰਭਰਤਾ ਨਹੀਂ ਹੈਗੀ, ਹਨਾ। ਉਹਨਾਂ ਨੇ ਆਪਣਾ ਜਿਹੜਾ ਜੀਵਨ ਹੈ, ਉਹ ਜੀਵਨ ਆਪਣੇ ਜੋ ਉੱਥੇ ਕੁਦਰਤੀ ਸਰੋਤ ਮੌਜੂਦ ਨੇ, ਉਹਨਾਂ ਦੇ ਆਧਾਰ ਦੇ ਉੱਪਰ ਉਵੇਂ ਹੀ ਸ਼ਿਕਾਰ ਜਾਂ ਉਵੇਂ ਹੀ ਜਿਹੜੀ ਉਤਪਾਦਨ ਦੇ ਜੋ ਵੀ ਤਰੀਕੇ ਉਹਨਾਂ ਦੇ ਕੋਲ ਹੈਗੇ ਨੇ, ਭਾਵੇਂ ਉਹ ਭੋਜਨ ਇਕੱਠਾ ਕਰਨ ਦੇ ਤਰੀਕੇ ਜਾਂ ਭੋਜਨ ਨੂੰ ਉਪਜਾਉਣ ਦੇ ਤਰੀਕੇ ਨੇ, ਹਨਾ, ਜਾਂ ਜੋ ਵੀ ਉਹ ਕੰਮ ਕਰਦੇ ਨੇ, ਉਹਨਾਂ ਦੀ ਮੁੱਖ ਧਾਰਾ ਦੇ ਆਧੁਨਿਕ ਸੱਭਿਆਚਾਰਾਂ ਦੇ ਨਾਲ ਜਾਂ ਜਿਹੜੇ ਵੀ ਉਹਨਾਂ ਦੇ ਆਲੇ ਦੁਆਲੇ ਦੇ ਪਿੰਡ ਜਾਂ ਸ਼ਹਿਰ ਨੇ, ਉਹਨਾਂ ਦੇ ਜੀਵਨ ਦੇ ਉੱਪਰ ਕੋਈ ਨਿਰਭਰਤਾ ਨਹੀਂ ਹੈਗੀ। ਇਸ ਦੀ ਤੁਲਨਾ ਦੇ ਵਿੱਚ ਜਿਹੜੇ ਪੰਜਾਬ ਦੇ ਕਬੀਲੇ ਨੇ ਜਾਂ ਜਿਹੜੇ ਘੁਮੰਤੂ ਕਬੀਲੇ ਨੇ ਪੰਜਾਬ ਦੇ ਨਾਲ ਨਾਲ, ਉਹਨਾਂ ਦੀ ਨਿਰਭਰਤਾ ਇੱਕ ਹੱਦ ਤੱਕ ਆਪਣੇ ਤੋਂ ਵੱਖਰੇ ਲੋਕਾਂ ਦੇ ਉੱਪਰ ਵੀ ਹੁੰਦੀ ਹੈ। ਜਦੋਂ ਅਸੀਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਸਿਕਲੀਗਰ ਕਬੀਲੇ ਨੇ ਜਾਂ ਜਿਹੜੇ ਅਸੀਂ ਸਿਕਲੀਗਰ ਕਬੀਲਾ ਜਾਂ ਬਾਜ਼ੀਗਰ ਕਬੀਲਾ ਜਾਂ ਗਾਡੀ ਲੋਹਾਰ ਕਬੀਲਾ, ਇਹ ਜਦੋਂ ਵਿਚਰਦੇ ਨੇ ਤਾਂ ਇਹਨਾਂ ਦਾ ਆਦਾਨ ਪ੍ਰਦਾਨ, ਇਹਨਾਂ ਦਾ ਮਿਲਣ ਗਿਲਣ ਪੰਜਾਬ ਦੇ ਸਧਾਰਨ ਜਿਹੜੇ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਦੇ ਨਾਲ ਹੁੰਦਾ ਹੈ, ਤੇ ਇਸ ਕਰਕੇ ਇਹਨਾਂ ਦੇ ਉੱਪਰ ਪ੍ਰਭਾਵ ਵੀ, ਆਧੁਨਿਕਤਾ ਦਾ ਕੁਝ ਪ੍ਰਭਾਵ ਇਹਨਾਂ ਦੇ ਉੱਪਰ ਲਾਜ਼ਮੀ ਤੌਰ ਤੇ ਪੈਂਦਾ ਹੈ। ਡਾਕਟਰ ਦਰਿਆ ਨੇ ਆਪਣੀ ਕਿਤਾਬ ਦੇ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਵਿੱਦਿਆ ਦੇ ਖੇਤਰ ਦੇ ਵਿੱਚ ਜਦੋਂ ਇਹਨਾਂ ਕਬੀਲਿਆਂ ਦੇ ਲੋਕ ਆ ਰਹੇ ਨੇ, ਤਾਂ ਇਹ ਸਮਝ ਆਉਂਦੀ ਆ ਕਿ ਜਿਹੜੇ ਇਹ ਕਬੀਲਿਆਂ ਦੇ ਉੱਪਰ ਸਾਡੇ ਸੱਭਿਆਚਾਰਾਂ ਦਾ, ਮੁੱਖ ਧਾਰਾ ਦੇ ਸੱਭਿਆਚਾਰਾਂ ਦਾ ਅਸਰ ਪੈ ਰਿਹਾ। ਤਾਂ ਇਸ ਕਰਕੇ ਇਹਨਾਂ ਦੇ ਕੁਝ ਲੱਛਣ ਵੱਖਰੇ ਵੱਖਰੇ ਹੋ ਜਾਣਗੇ। ਮੈਂ ਧਿਆਨ ਰੱਖੂੰਗਾ ਇਸ ਗੱਲ ਦਾ ਕਿ ਜਦੋਂ ਅਸੀਂ ਇਹਨਾਂ ਲੱਛਣਾਂ ਬਾਰੇ ਗੱਲ ਕਰ ਰਹੇ ਹਾਂ ਤਾਂ ਧਿਆਨ ਇਸ ਗੱਲ ਦਾ ਵੀ ਨਿਕੇੜਾ ਕਰਕੇ ਚੱਲੀਏ ਕਿ ਇਹ ਲੱਛਣ ਘੁਮੰਤੂ ਕਬੀਲੇ ਦੇ ਨਾਲ ਸੰਬੰਧਿਤ ਨੇ ਜਾਂ ਇਹ ਜਿਹੜੇ ਸਥਾਈ ਤੌਰ ਤੇ ਇੱਕ ਥਾਂ ਦੇ ਉੱਪਰ ਰਹਿਣ ਵਾਲੇ ਕਬੀਲਿਆਂ ਨਾਲ ਸੰਬੰਧਿਤ ਨੇ। ਜਿਹੜੀ ਮੈਂ ਪਹਿਲੀ ਗੱਲ ਕੀਤੀ ਸੀ ਉਹ ਹੈਗਾ ਕਿ ਉਹ ਨਿਖੜ ਕੇ ਰਹਿੰਦੇ ਨੇ। ਉਹ ਭਾਵੇਂ ਇੱਕ ਥਾਂ ਦੇ ਉੱਪਰ ਟਿਕੇ ਹੋਏ ਲੋਕ ਹੋਣ, ਉਹਨਾਂ ਨੂੰ ਨਿਖੜ ਕੇ ਰਹਿਣ ਲਈ ਕੋਈ ਵਿਸ਼ੇਸ਼ ਯੁਗਤਾਂ ਨਹੀਂ ਅਪਣਾਉਣੀਆਂ ਪੈਂਦੀਆਂ। ਜਿਹੜੇ ਇੱਕ ਥਾਂ ਤੇ ਟਿਕੇ ਹੋਏ ਲੋਕ ਨੇ, ਉਹਨਾਂ ਨੂੰ ਕੋਈ ਵਿਸ਼ੇਸ਼ ਉਚੇਚ ਨਹੀਂ ਕਰਨੀ ਪੈਂਦੀ ਕਿ ਉਹ ਮੁੱਖ ਧਾਰਾ ਦੇ ਸੱਭਿਆਚਾਰ ਤੋਂ ਨਿਖੜ ਕੇ ਰਹਿਣ। ਪਰ ਸਾਡੇ ਘੁਮੰਤੂ ਕਬੀਲਿਆਂ ਨੂੰ ਇਸ ਗੱਲ ਲਈ ਵਿਸ਼ੇਸ਼ ਉਚੇਚ ਕਰਨੀ ਪੈਂਦੀ ਹੈ, ਹਨਾ। ਇਸ ਕਰਕੇ ਜਿਹੜੀਆਂ ਇਹਨਾਂ ਦੀਆਂ ਮਨਾਹੀਆਂ ਨੇ, ਪੰਜਾਬ ਦੇ ਘੁਮੰਤੂ ਕਬੀਲਿਆਂ ਦੀਆਂ ਮਨਾਹੀਆਂ ਨੇ, ਉਹ ਮਨਾਹੀਆਂ ਕਿਤੇ ਕਿਤੇ ਵਧੇਰੇ ਸਖਤ ਹੋ ਜਾਣਗੀਆਂ, ਜਾਂ ਕਹੀਏ ਕਿ ਉਹ ਜ਼ਿਆਦਾ ਸਪਸ਼ਟ ਪ੍ਰਤੱਖ ਰੂਪ ਦੇ ਵਿੱਚ ਬਾਰ-ਬਾਰ ਪ੍ਰਗਟ ਹੋਣਗੀਆਂ, ਜਦਕਿ ਜਿਹੜੇ ਇੱਕ ਥਾਂ ਦੇ ਉੱਪਰ ਟਿਕੇ ਹੋਏ ਕਬੀਲੇ ਨੇ, ਉਹਨਾਂ ਲਈ ਮਨਾਹੀਆਂ ਬੜੀਆਂ ਸਹਿਜ ਨੇ, ਹਨਾ। ਕਈ ਵਾਰ ਕੁਝ ਮਨਾਹੀਆਂ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ, ਕਿਉਂਕਿ ਜਦੋਂ ਉਹ ਬਹੁਤ ਹੀ ਨਿਖੜ ਕੇ ਰਹਿੰਦੇ ਨੇ ਤਾਂ ਇਹ ਕਹਿਣਾ ਕਿ ਇਸ ਕਬੀਲੇ ਦੇ ਲੋਕ ਜਿਹੜੇ ਮੁੱਖ ਧਾਰਾ ਦੇ ਕਬੀਲੇ ਦੇ ਲੋਕਾਂ ਦੇ ਨਾਲ ਆਪਣੀਆਂ ਧੀਆਂ ਨਹੀਂ ਵਿਆਹੁਣਗੇ, ਤਾਂ ਇਸ ਗੱਲ ਦਾ ਸਵਾਲ ਉੱਥੇ ਖੜਾ ਹੀ ਨਹੀਂ ਹੁੰਦਾ, ਹਨਾ। ਜਿਵੇਂ ਕਿ ਘੁਮੰਤੂ ਕਬੀਲਿਆਂ ਦੇ ਵਿੱਚ ਇਸ ਗੱਲ ਦੀ ਜਦੋਂ ਸੰਭਾਵਨਾ ਹੋ ਸਕਦੀ ਹੋਊਗੀ, ਕਿਉਂਕਿ ਤੁਸੀਂ ਆਮ ਲੋਕਾਂ ਦੇ ਵਿੱਚ ਰਹਿ ਰਹੇ ਹੋ ਪੰਜਾਬ ਦੇ ਘੁਮੰਤੂ ਕਬੀਲੇ, ਤਾਂ ਇਸ ਗੱਲ ਦੀਆਂ ਸੰਭਾਵਨਾਵਾਂ ਇਸ ਲਈ ਵੱਧ ਜਾਣਗੀਆਂ ਕਿਉਂਕਿ ਜਦੋਂ ਉਹਨਾਂ ਦੀਆਂ ਔਰਤਾਂ, ਕੁੜੀਆਂ ਸਮਾਨ ਵੇਚਣ ਵਟਣ ਵਾਸਤੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਂ ਪਿੰਡਾਂ ਦੇ ਵਿੱਚ ਉਹ ਘੁੰਮਣਗੀਆਂ, ਤੇ ਹੁਣ ਜਦੋਂ ਆਪਾਂ ਗੱਲ ਕਰ ਰਹੇ ਹਾਂ ਕਿ ਨਵੇਂ ਸਿਸਟਮ ਦੇ ਵਿੱਚ ਉਹ ਆਧੁਨਿਕ ਜੀਵਨ ਸ਼ੈਲੀ ਦਾ ਹਿੱਸਾ ਬਣ ਰਹੇ ਨੇ, ਪੜ੍ਹ ਰਹੇ ਨੇ, ਤਾਂ ਉੱਥੇ ਸਕੂਲਾਂ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਇਸ ਕਿਸਮ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ। ਤਾਂ ਇਹ ਗੱਲ ਬੜੇ ਪ੍ਰਤੱਖ ਤੌਰ ਤੇ ਕੀਤੀ ਜਾਊਗੀ ਕਿ ਉਸ ਕਬੀਲੇ ਦੀਆਂ ਕੁੜੀਆਂ ਜਿਹੜੀਆਂ ਨੇ, ਉਹਨਾਂ ਦੇ ਕਬੀਲੇ ਤੋਂ ਬਾਹਰ ਵਿਆਹ ਨਾ ਹੋਣ। ਇਹ ਵੀ ਕਿਹਾ ਜਾਂਦਾ ਕਿ ਜੇ ਕੋਈ ਇਸ ਤਰ੍ਹਾਂ ਦੀ ਜਿਹੜੀ ਮਨਾਹੀ ਦੀ ਕੋਈ ਉਲੰਘਣਾ ਹੈ, ਹਨਾ, ਜੇ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਤਾਂ ਉਹਦਾ ਕੋਈ ਫਿਰ ਬਦਲ ਨਹੀਂ ਹੈ। ਉਹ ਫਿਰ ਵਿਅਕਤੀ ਕਬੀਲੇ ਵਿੱਚ ਮੁੜ ਕੇ ਰਹਿ ਨਹੀਂ ਸਕਦਾ। ਉਸ ਦੇ ਬੜੇ ਜਿਹੜੇ ਹਿੰਸਕ ਕਿਸਮ ਦੇ ਨਤੀਜੇ ਵੀ ਨਿਕਲ ਸਕਦੇ ਨੇ। ਅੰਦਰ ਕੋਈ ਮਤਲਬ ਜਿਹੜੇ ਤਾਂ ਕਬੀਲੇ ਦੇ ਅੰਦਰ ਵਰਤੀ ਨਿਯਮ ਨੇ, ਉਹਨਾਂ ਦੇ ਵਿੱਚ ਜੇ ਕੋਈ ਗਲਤੀ ਹੋ ਜਾਵੇ ਤਾਂ ਉਹਨਾਂ ਦੇ ਤਾਂ ਹੱਲ ਹੈਗੇ ਨੇ।
परंतु जे कोई इस किस्म की जिहड़ी मूल मनाही है उस दी उलंघना हुंदी है तां इहदा कोई हल जिहड़ा हैगा ओह नहीं हैगा। इहदा हल कबीले तो एक तरह नाल बंदे नूं बाहर कड्ढण दा हल ही है कि उसनूं बरतरफ कर दित्ता जावे, उस कबीले चों उहनूं छेकता जावे, है ना। इस तो बिना कोई होर हल नहीं हैगा। ਜਿਹੜੀਆਂ ਛੋਟੀਆਂ-ਛੋਟੀਆਂ ਹੋਰ ਗਲਤੀਆਂ ਨੇ ਉਹਨਾਂ ਲਈ ਤਾਂ ਕਬੀਲੇ ਦੇ ਅੰਦਰ-ਅੰਦਰ ਹੀ ਪ੍ਰਬੰਧ ਹੁੰਦਾ ਹੈ। ਜਦੋਂ ਇਹ ਨਖੇੜੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਜ਼ਾਹਿਰ ਹੈ ਕਿ ਜਿਹੜਾ ਇਹ ਨਖੇੜਾ ਹੈ, ਇਸ ਨਖੇੜੇ ਦੇ ਵਿੱਚ ਭਾਸ਼ਾ ਦਾ ਵੀ ਆਪਣਾ ਰੋਲ ਹੋਊਗਾ। ਜਿਹੜੇ ਤਾਂ ਇੱਕ ਥਾਂ ਦੇ ਉੱਪਰ ਟਿਕ ਕੇ ਰਹਿਣ ਵਾਲੇ ਕਬੀਲੇ ਨੇ ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਨੇ, ਉਹਨਾਂ ਦੀਆਂ ਆਪਣੀਆਂ, ਕਿਉਂਕਿ ਉਹ ਇੱਕੋ ਹੀ ਭਾਸ਼ਾ ਜਾਣਦੇ ਨੇ ਤੇ ਉਹ ਉਹਨਾਂ ਦੀ ਉੱਥੋਂ ਦੀ ਸਥਾਨਕ ਉਪਭਾਸ਼ਾ ਜਿਹੜੀ ਵੀ, ਜਾਂ ਕਹੀਏ ਕਿ ਉਪਭਾਸ਼ਾ ਵੀ ਨਹੀਂ ਹੈ, ਉਹ ਉਹਨਾਂ ਦੀ ਆਪਣੀ ਇੱਕ ਸੁਤੰਤਰ ਭਾਸ਼ਾ ਹੈ ਜਿਸ ਭਾਸ਼ਾ ਨੂੰ ਉਹ ਬੋਲਦੇ ਨੇ। ਤੇ ਭਾਸ਼ਾ ਦੇ ਆਧਾਰ ਦੇ ਉੱਪਰ ਹੀ ਲੋਕ ਸਮੂਹ ਇੱਕ ਦੂਜੇ ਤੋਂ ਨਿਖੇੜੇ ਜਾਂਦੇ ਹੁੰਦੇ। ਜਦੋਂ ਅਸੀਂ ਕਹਿੰਦੇ ਪੰਜਾਬੀ ਹਾਂ ਅਸੀਂ, ਤਾਂ ਅਸੀਂ ਭਾਸ਼ਾ ਦੇ ਆਧਾਰ ਦੇ ਉੱਪਰ ਹੋਰ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਤੋਂ ਨਿਖੇੜੇ ਜਾਂਦੇ ਹਾਂ। ਤੇ ਕਿਸੇ ਵੀ ਸਮੂਹ ਦੀ ਜਿਹੜੀ ਪਛਾਣ ਹੁੰਦੀ ਆ, ਵੱਖਰੀ ਪਛਾਣ ਹੁੰਦੀ ਆ, ਉਸ ਦੀ ਭਾਸ਼ਾ ਨਾਲ ਸੰਬੰਧਿਤ ਹੁੰਦੀ ਹੈ ਤੇ ਹਰ ਕਬੀਲੇ ਦੀ ਆਪਣੀ ਵੱਖਰੀ ਭਾਸ਼ਾ ਹੁੰਦੀ ਹੈ। ਪਰ ਜਦੋਂ ਅਸੀਂ ਪੰਜਾਬ ਦੇ ਕਬੀਲਿਆਂ ਬਾਰੇ ਗੱਲ ਕਰਾਂਗੇ ਤਾਂ ਇਹਨਾਂ ਕਬੀਲਿਆਂ ਦੇ ਵਿੱਚ ਇਹਨਾਂ ਕਬੀਲਿਆਂ ਦੀ ਭਾਸ਼ਾ ਦੇ ਵਿੱਚ ਇਹਨੂੰ ਗੁਪਤ ਭਾਸ਼ਾ ਦੇ ਰੂਪ ਦੇ ਵਿੱਚ ਲਿਆ ਜਾ ਰਿਹਾ। ਇਹ ਕਿਉਂਕਿ ਆਮ ਲੋਕਾਂ ਨਾਲ ਜਦੋਂ ਇਹ ਸੰਪਰਕ ਕਰਦੇ ਨੇ ਤਾਂ ਉੱਥੋਂ ਦੀ ਸਥਾਨਕ ਬੋਲੀ ਸੁਭਾਵਿਕ ਹੈ ਕਿ ਉਹ ਬੋਲਣਗੇ। ਜਦੋਂ ਚੀਜ਼ਾਂ ਨੂੰ ਵੇਚਣ ਵਟਣਗੇ ਤੇ ਜਿਹੜੀ ਉਹਨਾਂ ਨੇ ਸੰਵਾਦ ਕਰਨਾ ਆਪਣੇ ਗਾਹਕਾਂ ਦੇ ਨਾਲ, ਤਾਂ ਉਹਦੇ ਵਿੱਚ ਉਹ ਜਿਹੜੀ ਉੱਥੋਂ ਦੇ ਖਿੱਤੇ ਦੀ ਬੋਲੀ ਹੈਗੀ ਆ ਉਸ ਦੀ ਵਰਤੋਂ ਕਰਨਗੇ। ਪਰ ਜਦੋਂ ਆਪਸ 'ਚ ਗੱਲ ਕਰਨਗੇ ਤਾਂ ਉਹ ਆਪਸ 'ਚ ਗੱਲ ਕਰਦਿਆਂ ਹੋਇਆਂ ਉਸ ਨੂੰ ਜਿਹੜੀ ਇੱਕ ਆਪਣੀ ਵੱਖਰੀ ਜਿਹੜੀ ਭਾਸ਼ਾ ਹੈਗੀ ਆ ਉਸ ਦੇ ਵਿੱਚ ਹੀ ਗੱਲ ਕਰਨਗੇ। ਜਦੋਂ ਉਦਾਹਰਨਾਂ ਦਿੱਤੀਆਂ ਜਾਂਦੀਆਂ, ਜਿੰਨੇ ਖੋਜ ਕਾਰਜ ਹੋਏ ਨੇ ਕਬੀਲਿਆਂ ਦੀ ਭਾਸ਼ਾ ਦੇ ਉੱਪਰ, ਉਹਦੇ ਵਿੱਚ ਬਹੁਤਾ ਜ਼ੋਰ ਸ਼ਬਦਾਵਲੀ ਉੱਪਰ ਦਿੱਤਾ ਜਾਂਦਾ ਕਿ ਆਹ ਸ਼ਬਦ ਜਿਹੜੇ ਹੈਗੇ ਨੇ ਕਿ ਕਿਸ, ਜਿਹੜਾ ਆਮ ਸਧਾਰਨ ਪੰਜਾਬੀ ਦਾ ਸ਼ਬਦ ਹੈ ਉਸ ਵਾਸਤੇ ਕਬੀਲੇ ਕਿਹੜਾ ਸ਼ਬਦ ਵਰਤਦੇ ਨੇ। ਤੇ ਭਾਸ਼ਾ ਸ਼ਬਦਾਵਲੀ ਨਹੀਂ ਹੁੰਦੀ ਇਕੱਲੀ ਨਾ, ਭਾਸ਼ਾ ਦੀ ਵੱਖਰਤਾ ਦਾ ਸੰਬੰਧ ਉਸਦੇ ਸਮੁੱਚੇ ਵਿਆਕਰਣਕ ਪ੍ਰਬੰਧ ਦੇ ਨਾਲ ਹੁੰਦਾ ਹੈ। ਉਹਨਾਂ ਦਾ ਵਿਆਕਰਣਕ ਪ੍ਰਬੰਧ ਕੀ ਹੈ, ਇਹਦੇ ਬਾਰੇ ਕੋਈ ਬਹੁਤੇ ਮਹੱਤਵਪੂਰਨ ਕੰਮ ਜਿਹੜੇ ਹੈਗੇ ਨੇ ਹਾਲੇ ਧਿਆਨ ਦੇ ਵਿੱਚ ਨਹੀਂ ਆਏ। ਸ਼ਬਦਾਵਲੀ ਦੀ ਵੱਖਰਤਾ ਤਾਂ ਸਥਾਪਿਤ ਹੁੰਦੀ ਹੈ, ਪਰ ਵਿਆਕਰਣਕ ਤੌਰ ਤੇ ਕੀ ਇਹਨਾਂ ਦੀਆਂ ਭਾਸ਼ਾਵਾਂ ਭਾਰਤੀ ਆਰੀਆ ਭਾਸ਼ਾਵਾਂ ਤੋਂ ਵੱਖਰੀਆਂ ਭਾਸ਼ਾਵਾਂ ਨੇ, ਜਾਂ ਜਿਹੜੀਆਂ ਆਲੇ ਦੁਆਲੇ ਦੀਆਂ ਭਾਸ਼ਾਵਾਂ ਤੇ ਨੇ ਉਹਨਾਂ ਤੋਂ ਵੱਖਰਾ ਕੋਈ ਵਿਆਕਰਣਕ ਪ੍ਰਬੰਧ ਹੈਗਾ। ਉਹਨਾਂ ਦੇ ਬਹੁਵਚਨ ਬਣਾਉਣ ਦੇ ਤਰੀਕੇ, ਉਹਨਾਂ ਦਾ ਜਿਹੜਾ ਲਿੰਗ ਸਿਸਟਮ ਹੈ, ਰੂਪ ਵਿਗਿਆਨ ਹੈ, ਉਹਨਾਂ ਦਾ ਵਾਕ ਵਿਗਿਆਨ ਹੈ, ਵਾਕ ਪ੍ਰਬੰਧ ਹੈ, ਕਿ ਉਹਦੇ ਵਿੱਚ ਕੋਈ ਵੱਖਰਤਾਵਾਂ ਹੈਗੀਆਂ ਨੇ। ਇਸ ਗੱਲ ਦੇ ਹਜੇ ਬਹੁਤੇ ਨਿਰਣੇ ਪੰਜਾਬ ਦੇ ਕਬੀਲਿਆਂ ਦੀ ਭਾਸ਼ਾ ਦੇ ਬਾਰੇ ਨਹੀਂ ਹੋਏ। ਪਰ ਕਿਰਪਾਲ ਕਜ਼ਾਕ ਹੋਰਾਂ ਦਾ ਇਸ ਬਾਰੇ ਮਤ ਹੈ ਕਿ ਇਹ ਇੱਕ ਤਰ੍ਹਾਂ ਦੀ ਜਿਹੜੀ ਭਾਸ਼ਾ ਬੋਲਦੇ ਨੇ, ਇੱਕ ਤਰ੍ਹਾਂ ਦੀ ਪਿਜਨ ਭਾਸ਼ਾ ਹੈ। ਪਿਜਨ ਭਾਸ਼ਾ ਤੋਂ ਭਾਵ ਤੁਸੀਂ ਭਾਸ਼ਾ ਵਿਗਿਆਨ ਦੇ ਵਿੱਚ ਇਹ ਵਿਸ਼ਾ ਪੜ੍ਹਿਆ ਹੋਊਗਾ ਕਿ ਜਦੋਂ ਦੋ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਜਿਹੜੇ ਸਮੂਹ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਤਾਂ ਉਹ ਆਪਸੀ ਆਦਾਨ ਪ੍ਰਦਾਨ, ਆਪਸੀ ਜਿਹੜਾ ਸੰਚਾਰ ਹੈ, ਉਸ ਦੀਆਂ ਜ਼ਰੂਰਤਾਂ ਦੇ ਵਾਸਤੇ ਇੱਕ ਉਹ ਅਸਥਾਈ ਕਿਸਮ ਦੀ ਭਾਸ਼ਾ ਨੂੰ ਘੜ ਲੈਂਦੇ ਨੇ। ਤੇ ਜਦੋਂ ਉਹ ਅਸਥਾਈ ਭਾਸ਼ਾ ਕਿਸੇ ਲੰਮੇ ਵਕਫੇ ਦੇ ਵਿੱਚ, ਲੰਮੇ ਇਤਿਹਾਸਕ ਦੌਰ ਦੇ ਵਿੱਚ ਸਥਾਈ ਰੂਪ ਧਾਰਨ ਕਰ ਲੈਂਦੀ ਆ, ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਇਹ ਕ੍ਰਿਓਲ ਭਾਸ਼ਾ ਬਣ ਗਈ, ਕਿ ਇਹ ਪਿਜਨ ਤੋਂ ਕ੍ਰਿਓਲ ਬਣ ਗਈ। ਪਿਜਨ ਦੋ ਸਮੂਹਾਂ ਦੇ ਆਪਸ ਵਿੱਚ ਸੰਚਾਰ ਨੂੰ ਸੰਭਵ ਬਣਾਉਣ ਵਾਸਤੇ ਬਣਾਈ ਗਈ ਇੱਕ ਅਸਥਾਈ ਭਾਸ਼ਾ ਹੈ। ਤੇ ਕ੍ਰਿਓਲ, ਜਦੋਂ ਉਹ ਭਾਸ਼ਾ ਇੱਕ ਲੰਬੇ ਸਮੇਂ ਦੇ ਵਿੱਚ ਇਤਿਹਾਸਕ ਪ੍ਰਕਿਰਿਆ ਦੇ ਦੌਰਾਨ ਸਥਾਈ ਹੋ ਜਾਂਦੀ ਹੈ ਤਾਂ ਅਸੀਂ ਉਸ ਨੂੰ ਕ੍ਰਿਓਲ ਕਹਿੰਦੇ ਹਾਂ। ਕਿਰਪਾਲ ਕਜ਼ਾਕ ਹੋਰਾਂ ਦਾ ਮਤ ਹੈ ਕਿ ਇਹ ਪਿਜਨ ਭਾਸ਼ਾ ਹੈ। ਇਸ ਬਾਰੇ ਹਲੇ ਨਿਤਾਰਾ ਹੋਣਾ ਬਾਕੀ ਹੈ ਕਿ ਕੀ ਅਸੀਂ ਜਿਹੜੇ ਸਾਡੇ ਪੰਜਾਬ ਦੇ ਘੁਮੰਤੂ ਕਬੀਲੇ ਨੇ ਉਹਨਾਂ ਦੀ ਭਾਸ਼ਾ ਨੂੰ ਪਿਜਨ ਭਾਸ਼ਾ ਕਹਿ ਸਕਦੇ ਹਾਂ ਕਿ ਨਹੀਂ ਕਹਿ ਸਕਦੇ। ਪਰ ਇਹ ਜ਼ਾਹਰ ਹੈ ਕਿ ਉਹਨਾਂ ਦੀ ਬਹੁਤ ਸਾਰੀ ਸ਼ਬਦਾਵਲੀ ਸਾਡੇ ਤੋਂ ਵੱਖਰੀ ਹੈ। ਇਸ ਕਰਕੇ ਜੇ ਵਿਆਕਰਣ ਇੱਕ ਹੋਵੇ ਤੇ ਸ਼ਬਦਾਵਲੀ ਵੱਖਰੀ ਹੋਵੇ ਤਾਂ ਇਹ ਸਥਿਤੀ ਜਿਹੜੀ ਹੈਗੀ ਆ ਇਹ ਬਣ ਜਾਂਦੀ ਹੁੰਦੀ ਹੈ ਗੁਪਤ ਭਾਸ਼ਾ ਦੇ ਨੇੜੇ ਦੀ, ਹੈ ਨਾ। ਤੇ ਜ਼ਾਹਿਰ ਹੈ ਕਿ ਜਦੋਂ ਉਹ ਆਪਣੇ ਕੋਡਸ, ਜਿਹੜੇ ਕੋਡਾਂ ਦੀ ਵਰਤੋਂ ਉਹ ਕਰਦੇ ਨੇ, ਉਹਨਾਂ ਕੋਡਾਂ ਦੀ ਵਰਤੋਂ ਕਰਦਿਆਂ ਹੋਇਆਂ ਉਹ ਆਪਣੇ ਆਪ ਨੂੰ
ਇੱਕ ਤਰ੍ਹਾਂ ਨਾਲ ਮੁੱਖ ਧਾਰਾ ਦੇ ਵਿੱਚ ਹੋਰ ਜਿਹੜੇ ਆਲੇ ਦੁਆਲੇ ਭਾਸ਼ਾਵਾਂ ਬੋਲੀਆਂ ਜਾ ਰਹੀਆਂ ਨੇ ਉਹਨਾਂ ਤੋਂ ਉਹ ਆਪਣੇ ਆਪ ਨੂੰ ਵੱਖਰਾ ਕਰਦੇ ਨੇ, ਹੈ ਨਾ। ਤਾਂ ਇਸ ਕਰਕੇ ਇਸ ਪੱਧਰ ਦੇ ਉੱਪਰ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਸਾਡੇ ਪੰਜਾਬ ਦੇ ਕਬੀਲਿਆਂ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਨੂੰ ਅਸੀਂ ਗੁਪਤ ਭਾਸ਼ਾਵਾਂ ਦੇ ਰੂਪ ਦੇ ਵਿੱਚ ਕਹਿ ਸਕਦੇ ਹਾਂ, ਤੇ ਉਸ ਗੁਪਤ ਭਾਸ਼ਾ ਦੇ ਰਾਹੀਂ ਉਹ ਆਪਸ ਦੇ ਵਿੱਚ ਹੀ ਸੰਚਾਰ ਕਰਦੇ ਨੇ। ਕਿ ਇਹ ਇੱਕ ਤਰ੍ਹਾਂ ਦਾ ਭਾਸ਼ਾ ਦਾ ਫੰਕਸ਼ਨ ਹੈ, ਭਾਸ਼ਾ ਦਾ ਪ੍ਰਕਾਰਜ ਹੈ ਕਿਸੇ ਚੀਜ਼ ਨੂੰ ਇਸ ਤਰੀਕੇ ਨਾਲ ਲੁਕਾਉਣਾ। ਤੇ ਸਾਰੀਆਂ ਭਾਸ਼ਾਵਾਂ ਦੇ ਵਿੱਚ ਹੀ ਜਿਹੜੀ ਵੱਖਰਤਾ ਹੁੰਦੀ ਹੈ ਉਸ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਨੂੰ ਸੀਕ੍ਰੇਟ ਬਣਾਉਣ ਦੀ, ਗੁਪਤ ਬਣਾਉਣ ਦੀ ਇੱਕ ਜਿਹੜੀ ਪ੍ਰਵਿਰਤੀ ਆ ਉਹ ਹਮੇਸ਼ਾ ਹੀ ਰਹਿੰਦੀ ਹੈ। ਮੈਂ ਕਹਿਣਾ ਹੁੰਦਾ ਕਿ ਜਦੋਂ ਸਾਡੇ ਲੋਕ ਪ੍ਰਵਾਸ ਦੇ ਵਿੱਚ ਚਲੇ ਜਾਂਦੇ ਨੇ ਤਾਂ ਜਦੋਂ ਉੱਥੇ ਉਹ ਦੋ ਪੰਜਾਬੀ ਇਕੱਠੇ ਹੋ ਕੇ ਕੋਈ ਉਹਨਾਂ ਨੇ ਆਪਸ ਵਿੱਚ ਸਾਂਝੀ ਗੱਲ ਕਰਨੀ ਹੁੰਦੀ ਆ ਜਿਹੜੀ ਕਿ ਸਥਾਨਕ ਅੰਗਰੇਜ਼ਾਂ ਤੋਂ ਉਹਨਾਂ ਨੇ ਜਿਹੜੇ ਅੰਗਰੇਜ਼ੀ ਬੋਲਣ ਵਾਲੇ ਲੋਕਾਂ ਤੋਂ ਲੁਕਾਉਣੀ ਹੋਵੇ ਤਾਂ ਉਹ ਆਪਣੀ ਗੱਲ ਫਿਰ ਪੰਜਾਬੀ ਦੇ ਵਿੱਚ ਕਰਦੇ ਨੇ। ਉੱਥੇ ਪੰਜਾਬੀ ਵੀ ਇੱਕ ਤਰ੍ਹਾਂ ਦੀ ਗੁਪਤ ਭਾਸ਼ਾ ਬਣ ਜਾਂਦੀ ਹੈ ਨਾ। ਤਾਂ ਉਹਦਾ ਫੰਕਸ਼ਨ ਪੰਜਾਬੀ ਦਾ ਗੁਪਤ ਭਾਸ਼ਾ ਵਾਲਾ ਫੰਕਸ਼ਨ ਬਣ ਜਾਂਦਾ। ਇਸ ਕਿਸਮ ਦੀ ਜਿਹੜੀ ਵੱਖਰਤਾ, ਸੀਕ੍ਰੇਟਨੈਸ ਹਰ ਭਾਸ਼ਾ ਦਾ ਇੱਕ ਤਰ੍ਹਾਂ ਦਾ ਲੱਛਣ ਹੁੰਦੀ ਹੈ, ਤੇ ਉਹ ਲੱਛਣ ਕਿਤੇ ਕਿਤੇ ਅਲੱਗ-ਅਲੱਗ ਥਾਵਾਂ ਦੇ ਉੱਪਰ ਜਾ ਕੇ ਉਹ ਫੰਕਸ਼ਨ ਦੇ ਵਿੱਚ ਜਾਂ ਪ੍ਰਕਾਰਜੀ ਭੂਮਿਕਾ ਨਿਭਾਉਣਾ ਸ਼ੁਰੂ ਕਰ ਦਿੰਦਾ। ਤਾਂ ਇਸ ਆਧਾਰ ਤੇ ਕਹਿ ਸਕਦੇ ਹਾਂ ਕਿ ਕਬੀਲਿਆਂ ਦੀ ਜਿਹੜੀ ਭਾਸ਼ਾ ਹੈਗੀ ਹੈ, ਪੰਜਾਬ ਦੇ ਕਬੀਲਿਆਂ ਦੀ ਭਾਸ਼ਾ, ਉਹ ਜਿਹੜਾ ਗੁਪਤ ਤੱਤ ਹੈ, ਉਹਦਾ ਗੁਪਤ ਫੰਕਸ਼ਨ ਹੈ, ਇਹ ਉਹਨਾਂ ਨੂੰ ਨਿਖੜਨ ਦੇ ਵਿੱਚ ਸਹਾਈ ਹੁੰਦਾ ਹੈ। ਤਾਂ ਇਹ ਵੀ ਮੇਰੇ ਧਿਆਨ ਦੇ ਵਿੱਚ ਆਇਆ। ਜਿੰਨੇ ਮੇਰੇ ਕਬੀਲਿਆਂ ਦੇ ਨਾਲ ਜੁੜੇ ਹੋਏ ਦੋਸਤ ਨੇ, ਵਿਸ਼ੇਸ਼ ਕਰਕੇ ਜਿਵੇਂ ਮੋਹਨ ਤਿਆਗੀ ਹੋਰੀ ਨੇ, ਉਹ ਜਦੋਂ ਆਪਸ ਵਿੱਚ ਬੈਠਦੇ ਨੇ ਤਾਂ ਉੱਥੇ ਫਿਰ ਮੰਨ ਲਓ ਤੁਸੀਂ ਕਿਤੇ ਕਿਸੇ ਮਿਲਣ ਗਿਲਣ ਲਈ ਗਏ ਹੋ, ਕਿਤੇ ਅਫਸੋਸ ਕਰਨ ਲਈ ਬੰਦਾ ਜਾਂਦਾ, ਤਾਂ ਉੱਥੇ ਜੇ ਉਹ ਪੰਜਾਬੀ ਬੋਲੂਗਾ ਤਾਂ ਇਸ ਗੱਲ ਨੂੰ ਚੰਗਾ ਨਹੀਂ ਮੰਨਿਆ ਜਾਂਦਾ, ਹੈ ਨਾ। ਜਦੋਂ ਆਪਸ ਦੇ ਵਿੱਚ ਕਬੀਲੇ ਦੇ ਲੋਕ ਰਲ ਮਿਲ ਕੇ ਬੈਠਦੇ ਨੇ ਤਾਂ ਉਹ ਫਿਰ ਪੰਜਾਬੀ ਦੀ ਬਜਾਏ ਸਵਿਚ ਓਵਰ ਆਪਣੀ ਭਾਸ਼ਾ ਨੂੰ ਕਰ ਲੈਂਦੇ ਨੇ। ਇਹਨੂੰ ਕੋਡ ਸਵਿਚਿੰਗ ਕਹਿੰਦੇ ਨੇ ਕਿ ਉਹ ਕੋਡ ਸਵਿਚ ਕਰਕੇ ਪੰਜਾਬੀ ਦੀ ਬਜਾਏ ਆਪਣੀ ਭਾਸ਼ਾ ਦੇ ਵਿੱਚ ਆ ਜਾਂਦੇ ਨੇ। ਆਪਸ ਦੇ ਵਿੱਚ ਉਹ ਉਸੇ ਭਾਸ਼ਾ ਦੇ ਵਿੱਚ ਗੱਲ ਕਰਨ ਨੂੰ ਪਹਿਲ ਦਿੰਦੇ ਨੇ। ਤਾਂ ਇਸ ਆਧਾਰ ਤੇ ਵੱਖਰੀ ਭਾਸ਼ਾ ਜਿਹੜੀ ਹੈਗੀ ਆ, ਕਬੀਲਿਆਂ ਦੀ ਆਪਣੀ ਵੱਖਰੀ ਭਾਸ਼ਾ ਜਾਂ ਕਬੀਲਿਆਂ ਦੀ ਆਪਣੀ ਕੋਡ ਭਾਸ਼ਾ ਦਾ ਹੋਣਾ, ਹੈ ਨਾ। ਖਾਸ ਕਰਕੇ ਘੁਮੰਤੂ ਕਬੀਲਿਆਂ ਦੇ ਬਾਰੇ ਇਹ ਕਹਿਣਾ ਕਿ ਇਹਨਾਂ ਦੀ ਆਪਣੀ ਵੱਖਰੀ ਕੋਡ ਭਾਸ਼ਾ ਹੈ, ਜਿਸ ਦੇ ਆਧਾਰ ਦੇ ਉੱਪਰ ਇਹ ਜਿਹੜੇ ਮੁੱਖ ਧਾਰਾ ਦੇ ਆਲੇ ਦੁਆਲੇ ਦੇ ਲੋਕਾਂ ਦੇ ਨਾਲ ਇਹ ਵਿਚਰਦੇ ਨੇ, ਉਹਨਾਂ ਤੋਂ ਵੱਖਰਾ ਕਰ ਲੈਂਦੇ ਨੇ, ਨਿਖੜ ਜਾਂਦੇ ਨੇ। ਇਸ ਤੋਂ ਇਲਾਵਾ ਕੁਝ ਮਨਾਹੀਆਂ ਜਿਹੜੀਆਂ ਨੇ ਉਹ ਵੀ ਮਹੱਤਵਪੂਰਨ ਨੇ, ਕਿਉਂਕਿ ਮਨਾਹੀ ਜਿਹੜੀ ਹੈਗੀ ਆ ਉਸ ਨੂੰ ਕਬੀਲਿਆਂ ਦੇ ਨਿਖੜਵੇਂ ਲੱਛਣਾਂ ਦੇ ਵਿੱਚ ਸਭ ਤੋਂ ਪ੍ਰਮੁੱਖਤਾ ਦਿੱਤੀ ਜਾਂਦੀ ਹੈ। ਤੇ ਉਹਨਾਂ ਮਨਾਹੀਆਂ ਦੇ ਵਿੱਚ ਕਿ ਜਿਹੜੇ ਕਬੀਲੇ ਦੇ ਵਿਆਹ ਨੇ, ਉਹ ਵਿਆਹ ਕਬੀਲੇ ਦੇ ਅੰਦਰ ਹੀ ਹੁੰਦੇ ਨੇ। ਜਿਵੇਂ ਸਾਡਾ ਜਿਹੜਾ ਵਿਆਹ ਪ੍ਰਬੰਧ ਹੈ ਉਹ ਇੱਕ ਤਰ੍ਹਾਂ ਨਾਲ ਦੂਹਰੇ ਲੱਛਣਾਂ ਦਾ ਧਾਰਨੀ ਹੈ ਕਿ ਉਹ ਵਿਆਹ ਜਾਤੀ ਦੇ ਅੰਦਰ ਹੈ। ਸਾਡਾ ਜਿਹੜਾ ਆਮ ਵਿਆਹ ਪ੍ਰਬੰਧ ਹੈ, ਪਰ ਗੋਤ ਤੋਂ ਬਾਹਰ ਹੈ ਨਾ। ਅੰਤਰ ਗੋਤੀ ਵਿਆਹ ਹੈ ਤੇ ਜਾਤੀ ਦੇ ਅੰਦਰ ਵਿਆਹ ਹੈ। ਇਸੇ ਤਰ੍ਹਾਂ ਦਾ ਜਿਹੜਾ ਸਿਸਟਮ ਹੈ, ਇਹ ਸਿਸਟਮ ਕਬੀਲਿਆਂ ਦੇ ਵਿੱਚ ਵੀ ਕਾਰਜਸ਼ੀਲ ਹੈ ਕਿ ਉਹਨਾਂ ਦੇ ਵਿੱਚ ਜਿਹੜੇ ਵਿਆਹ ਨੇ ਉਹ ਕਬੀਲੇ ਦੇ ਵਿੱਚ ਹੀ ਹੋਣੇ ਨੇ, ਹੈ ਨਾ। ਕਬੀਲੇ ਤੋਂ ਬਾਹਰ ਵਿਆਹ ਨਹੀਂ ਹੋ ਸਕਦੇ। ਪਰ ਇਹ ਜਿਹੜੀ ਮਨਾਹੀ ਹੈ, ਜਿਹੜਾ ਇਹ ਮੁਕਾਬਲਤਨ ਜਿਹੜੇ ਹੋਰ ਸਾਡੇ ਕੋਲ ਸਮੂਹ ਨੇ ਉਹਨਾਂ ਦੀ ਤੁਲਨਾ ਦੇ ਵਿੱਚ ਇਹ ਮਨਾਹੀ ਬਹੁਤ ਜ਼ਿਆਦਾ ਸਖਤ ਹੈ ਨਾ। ਸਾਡੇ ਜਿਵੇਂ ਜੇ ਕੋਈ ਅੰਤਰਜਾਤੀ ਵਿਆਹ ਹੋ ਜਾਂਦਾ ਤਾਂ ਉਸ ਨੂੰ ਹੌਲੀ ਹੌਲੀ ਲੋਕ ਕਬੂਲ ਕਰ ਲੈਂਦੇ ਨੇ, ਤੇ ਹੁਣ ਅਸੀਂ ਅੰਤਰਜਾਤੀ ਵਿਆਹ ਨੂੰ ਪੰਜਾਬੀ ਸੱਭਿਆਚਾਰ ਦਾ ਇੱਕ ਸੁਭਾਵਿਕ ਅੰਗ ਮੰਨਣ ਵੱਲ ਨੂੰ ਲਗਾਤਾਰ ਤੁਰ ਰਹੇ ਹਾਂ, ਹੈ ਨਾ। ਹੁਣ ਤਾਂ ਅਖਬਾਰਾਂ ਦੇ ਵਿੱਚ ਵੀ ਜਦੋਂ ਅਖਬਾਰਾਂ ਦੇ ਵਿੱਚ ਜਿਹੜੇ ਆਉਂਦੇ ਨੇ ਉਹ ਸਭ ਤੋਂ ਵੱਧ ਪ੍ਰਤੀਬਿੰਬਿਤ ਕਰਦੇ ਨੇ ਸਾਡੇ ਵਤੀਰੇ ਨੂੰ ਕਿ ਕਿਸ ਕਿਸਮ ਦੇ ਅਸੀਂ ਅਸਲ ਦੇ ਵਿੱਚ ਵਤੀਰੇ ਦੇ ਮਾਲਕ ਹਾਂ, ਹੈ ਨਾ। ਜਦੋਂ ਉੱਥੇ ਜਾਤਾਂ ਦੱਸੀਆਂ ਜਾਂਦੀਆਂ ਨੇ ਕਿ ਫਲਾਂ ਜਾਤ ਦਾ ਉਸ ਤਰ੍ਹਾਂ ਦਾ ਸਾਨੂੰ ਮਤਲਬ ਮੈਚ ਚਾਹੀਦਾ ਜਾਂ ਉਸ ਤਰ੍ਹਾਂ ਦਾ ਵਰ ਜਾਂ ਵਧੂ ਚਾਹੀਦੀ ਹੈ, ਤਾਂ ਉੱਥੇ ਸਾਡੇ ਵਤੀਰੇ ਪ੍ਰਗਟ ਹੋ ਰਹੇ ਹੁੰਦੇ ਨੇ। ਤੇ ਹੁਣ ਤਾਂ ਜਿਹੜੇ ਵਿਆਹ ਦੇ ਇਸ਼ਤਿਹਾਰ ਨੇ ਉਹਨਾਂ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ ਕਿ ਜਾਤੀ ਕੋਈ ਮਸਲਾ ਨਹੀਂ ਹੈ ਨਾ। ਤਾਂ ਅਸੀਂ ਮੰਨ ਸਕਦੇ ਹਾਂ ਕਿ ਇਹ ਪੰਜਾਬੀ ਸੱਭਿਆਚਾਰ ਦਾ ਇੱਕ ਸਹਿਜ ਸੁਭਾਵਿਕ ਅੰਗ ਬਣਨ ਵੱਲ ਨੂੰ ਗੱਲ ਤੁਰ ਰਹੀ ਹੈ ਕਿ ਅਸੀਂ ਅੰਤਰਜਾਤੀ ਵਿਆਹ ਨੂੰ ਹੁਣ ਕਬੂਲ ਕਰਨ ਵੱਲ ਤੁਰ ਰਹੇ ਹਾਂ। ਪਰ ਜਿਹੜਾ ਇਹ ਕਬੀਲਾਈ ਸੱਭਿਆਚਾਰ ਹੈ, ਕਬਾਇਲੀ ਸੱਭਿਆਚਾਰ, ਜਿਸ ਬਾਰੇ ਆਪਾਂ ਪਹਿਲਾਂ ਸ਼ਬਦ ਵਰਤ ਰਹੇ ਹਾਂ, ਕਬੀਲਾਈ ਸੱਭਿਆਚਾਰ ਦਰੁਸਤ ਸ਼ਬਦ ਹੈ। ਤਾਂ ਜਿਹੜਾ ਕਬੀਲਾਈ ਸੱਭਿਆਚਾਰ ਹੈ, ਇਸ ਦੇ ਵਿੱਚ ਇਸ ਕਿਸਮ ਦੀ ਕੋਈ ਛੋਟ ਨਹੀਂ ਹੈ ਨਾ। ਇਹ ਬਹੁਤ ਹੀ ਜ਼ਿਆਦਾ ਸਖਤ ਮਨਾਹੀ ਹੈ
ਕਿ ਇਸ ਮਨਾਹੀ ਦੀ ਉਲੰਘਣਾ ਜਿਹੜੀ ਹੈਗੀ ਆ, ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿ ਇਹੋ ਜਿਹੀ ਮਨਾਹੀ ਹੈ ਜਿਸ ਮਨਾਹੀ ਦੀ ਉਲੰਘਣਾ ਸੰਭਵ ਨਹੀਂ ਹੈ, ਜਾਂ ਬੰਦੇ ਨੂੰ ਛੇਕਿਆ ਜਾਊਗਾ ਜਾਂ ਮਤਲਬ ਹਿੰਸਾ ਵੀ ਹੋ ਸਕਦੀ ਹੈ, ਕਤਲ ਵੀ ਹੋ ਸਕਦਾ ਜੇ ਕੋਈ ਇਸ ਕਿਸਮ ਦੀ ਘਟਨਾ ਵਾਪਰਦੀ ਹੈ। ਠੀਕ ਹੈ। ਇੱਕ ਇਹ ਜਿਹੜਾ ਪ੍ਰਮੁੱਖ ਲੱਛਣ ਹੈ ਕਿ ਜਿਹੜੀ ਜਾਤ ਦੇ ਅੰਦਰ ਵਿਆਹ ਕਰਨਾ, ਜਿੱਥੇ ਬਾਕੀਆਂ ਲਈ ਇੱਕ ਪ੍ਰਤੀਮਾਨ ਹੈ, ਇੱਥੇ ਉਹ ਇੱਕ ਤਰ੍ਹਾਂ ਦਾ ਮਤਲਬ ਜਿਵੇਂ ਆਪਾਂ ਕਹੀਏ ਕਿ ਬਾਕੀਆਂ ਲਈ ਜਿਹੜੇ ਸਧਾਰਨ ਪ੍ਰਤੀਮਾਨਾਂ ਦੇ ਵਿੱਚ ਹੈਗਾ, ਤੇ ਇੱਥੇ ਇੱਕ ਇਹ ਟੈਬੂ ਦੀ ਜਿਹੜੀ ਹੈਗੀ ਆ ਉਸ ਤਰ੍ਹਾਂ ਦੀ ਹਸਤੀ ਰੱਖਦਾ, ਜਾਂ ਉਸ ਤਰ੍ਹਾਂ ਦੀ ਇਹਦਾ ਰੁਤਬਾ ਹੈ ਕਿ ਇਹ ਟੈਬੂ ਹੈ ਕਿ ਅੰਤਰਜਾਤੀ ਵਿਆਹ ਕਿਸੇ ਸੂਰਤ ਦੇ ਵਿੱਚ ਵੀ ਹੋ ਨਹੀਂ ਸਕਦਾ, ਜਾਤ ਤੋਂ ਬਾਹਰ ਵਿਆਹ ਨਹੀਂ ਹੋ ਸਕਦਾ, ਉਸੇ ਦੇ ਵਿੱਚ ਹੀ ਹੋਣਾ। ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਹੈ, ਜਿਹੜੇ ਕਬੀਲਾ ਸੱਭਿਆਚਾਰ ਹੈ ਉਸ ਦਾ ਆਪਣਾ ਸੁਤੰਤਰ ਨਿਆਂ ਪ੍ਰਬੰਧ ਹੈ, ਆਪਣਾ ਇੱਕ ਅੰਦਰਲਾ ਕਹੀਏ ਕਿ ਉਹਨਾਂ ਦਾ ਇੱਕ ਰਾਜਸੀ ਨਿਆਂ ਪ੍ਰਬੰਧ ਵੀ ਅੰਦਰੂਨੀ ਤੌਰ ਤੇ ਵੱਖਰਾ ਚੱਲਦਾ ਹੈ। ਇਸ ਦੇ ਲੱਛਣ ਕਿਸੇ ਸਮੇਂ ਸਾਡੇ ਪਿੰਡਾਂ ਦੇ ਵਿੱਚ ਵੀ ਰਹੇ ਨੇ, ਹਨਾ। ਸਾਡੇ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਸੀਗੀਆਂ ਉਹ ਸੁਤੰਤਰ ਤੌਰ ਤੇ ਇੱਕ ਵੱਖਰੀ ਨਿਆਂ ਪ੍ਰਣਾਲੀ ਸੀ, ਜਿਹੜੀ ਕਿ ਸਾਡੇ ਅਦਾਲਤਾਂ ਦੀ ਨਿਆਂ ਪ੍ਰਣਾਲੀ ਤੋਂ ਵੱਖਰੀ। ਹੁਣ ਵੀ ਇਸ ਦੇ ਕਿਤੇ ਕਿਤੇ ਲੱਛਣ ਹੈਗੇ ਨੇ, ਹੁਣ ਵੀ ਕਿਤੇ ਕਿਤੇ ਇਹ ਗੱਲ ਉੱਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਜਿਹੜੀ ਜੇ ਕੋਈ ਪਿੰਡ ਦੇ ਵਿੱਚ ਕੋਈ ਇਸ ਕਿਸਮ ਦੀ ਕਿਸੇ ਨੇ ਕੋਈ ਉਲੰਘਣਾ ਕੀਤੀ ਹੈ, ਕਿਸੇ ਨਿਯਮ ਦੀ, ਕਿਸੇ ਪ੍ਰਤੀਮਾਨ ਦੀ, ਕੋਈ ਫੌਜਦਾਰੀ ਦਾ ਮੁਕੱਦਮਾ ਹੋ ਸਕਦਾ, ਜਾਂ ਕੋਈ ਹੋਰ ਅੰਤਰ ਵਿਅਕਤੀਗਤ ਝਗੜੇ ਹੋ ਸਕਦੇ ਨੇ, ਹਨਾ, ਵੀ ਉਹਨਾਂ ਨੂੰ ਅਸੀਂ ਅਦਾਲਤ 'ਚ ਜਾਂ ਥਾਣੇ ਨਹੀਂ ਲੈ ਕੇ ਜਾਣਾ, ਪਿੰਡ ਦੇ ਵਿੱਚ ਹੀ ਨਿਪਟਾਉਣਾ, ਹਨਾ। ਸਾਡੇ ਵੀ ਇਸ ਕਿਸਮ ਦੀ ਥੋੜੀ ਬਹੁਤ ਪ੍ਰਵਿਰਤੀ ਹਾਲੇ ਵੀ ਪਿੰਡਾਂ ਦੇ ਵਿੱਚ ਹੈਗੀ ਹੈ, ਜਿਹੜੀ ਪਹਿਲਾਂ ਕਦੇ ਬਹੁਤ ਜ਼ਿਆਦਾ ਪ੍ਰਬਲ ਰਹੀ ਹੈ, ਕਿ ਅਸੀਂ ਜਿਹੜਾ ਮੁੱਖ ਧਾਰਾ ਦਾ ਅਦਾਲਤੀ ਸਿਸਟਮ ਹੈ ਉਸ ਵਿੱਚ ਨਹੀਂ ਜਾਣਾ, ਅਸੀਂ ਸ਼ਾਮਲ ਨਹੀਂ ਹੋਣਾ। ਤੇ ਇਹ ਜਿਹੜੀ ਚੀਜ਼ ਹੈਗੀ ਆ, ਇਹ ਕਬੀਲਿਆਂ ਦੇ ਵਿੱਚ ਬਰਕਰਾਰ ਹੈ ਕਿ ਉਹਨਾਂ ਦਾ ਆਪਣਾ ਅੰਦਰੂਨੀ ਢਾਂਚਾ ਹੈ। ਇਹ ਵੀ ਕਿਤੇ ਕਿਤੇ ਜਾਣਨ ਦੇ ਵਿੱਚ, ਸੁਣਨ ਦੇ ਵਿੱਚ ਆਇਆ ਕਿ ਜੇ ਕਿਤੇ ਕੋਈ ਇਸ ਤਰ੍ਹਾਂ ਦਾ ਕੰਮ ਹੋ ਗਿਆ, ਇਸ ਤਰ੍ਹਾਂ ਦਾ ਕੋਈ ਅਪਰਾਧ ਹੋ ਗਿਆ ਜਿਸ ਦੀ ਮੰਨ ਲਓ ਸਟੇਟ ਨੇ ਉਹਨੂੰ ਮਾਫ ਕਰਤਾ, ਹੈਨਾ, ਤਾਂ ਇਹ ਜ਼ਰੂਰੀ ਨਹੀਂ ਹੈ ਕਿ ਉਸ ਨੂੰ ਜਿਹੜਾ ਕਬੀਲਾ ਹੈਗਾ ਉਹਦਾ ਅੰਦਰਲਾ ਨਿਆਂ ਪ੍ਰਬੰਧ, ਜਿਹੜੇ ਅੰਦਰਲੇ ਉਹਦੇ ਨਿਰਣਾਇਕ ਨੇ, ਉਹ ਵੀ ਉਹਨੂੰ ਮਾਫ ਕਰ ਦੇਣ। ਉਹਨਾਂ ਦੀ ਸਜ਼ਾ ਜਿਹੜੀ ਹੈਗੀ ਆ ਉਹ ਰਹੂਗੀ, ਬਰਕਰਾਰ ਰਹੂਗੀ। ਇਸੇ ਤਰ੍ਹਾਂ ਨਾਲ ਉਲਟ ਵੀ ਹੋ ਸਕਦਾ ਕਿ ਹੋ ਸਕਦਾ ਕਿਸੇ ਨੂੰ ਜਿਹੜਾ ਨਿਆਂ ਪ੍ਰਬੰਧ ਸਜ਼ਾ ਦੇ ਦੇਵੇ, ਹੈਨਾ, ਤੇ ਉਸ ਦੇ ਬਰਾਬਰ ਜਿਹੜਾ ਕਬੀਲਾ ਹੈਗਾ ਉਸ ਨੂੰ ਬੇਕਸੂਰ ਮੰਨੇ, ਹੈਨਾ, ਤਾਂ ਉਸ ਨੂੰ ਕਬੀਲੇ ਦੇ ਵਿੱਚ ਅਪਰਾਧੀ ਨਹੀਂ ਮੰਨਿਆ ਜਾਊਗਾ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਬੀਲਾ ਸੱਭਿਆਚਾਰ ਦੇ ਵਿੱਚ ਚੱਲਦੀਆਂ ਨੇ ਕਿ ਉਹਨਾਂ ਦਾ ਆਪਣਾ ਸੁਤੰਤਰ ਨਿਆਂ ਪ੍ਰਬੰਧ ਹੈ, ਤੇ ਸੁਤੰਤਰ ਹੀ ਉਹਨਾਂ ਦਾ ਆਪਣਾ ਰਾਜਨੀਤਿਕ ਸੱਤਾ ਦਾ ਵੀ ਪ੍ਰਬੰਧ ਹੈ, ਹਨਾ। ਕਿ ਜਿਵੇਂ ਜਿਹੜੀ ਸਾਡੀ ਸੱਤਾ ਹੈਗੀ ਆ, ਜਿਹੜੀ ਚੁਣੀ ਜਾ ਰਹੀ ਸਰਕਾਰ ਹੈ, ਇਸ ਤੋਂ ਵੱਖਰੀ ਉਹਨਾਂ ਦੀ ਆਪਣੀ ਅੰਦਰੂਨੀ ਸਰਕਾਰ ਹੁੰਦੀ ਹੈ। ਕਿਤੇ ਕਿਤੇ ਗੋਤਾਂ ਦੇ ਪ੍ਰਮੁੱਖ ਹੁੰਦੇ ਨੇ, ਉਹਨਾਂ ਪ੍ਰਮੁੱਖਾਂ ਨੂੰ ਮਿਲਾ ਕੇ ਇੱਕ ਕਾਉਂਸਲ ਜਿਹੜੀ ਹੈਗੀ ਆ, ਉੱਪਰਲੇ ਪਾਸੇ ਇੱਕ ਹੋਰ ਇੱਕ ਤਰ੍ਹਾਂ ਨਾਲ ਇੱਕ ਸਮੂਹ ਹੁੰਦਾ ਜਿਹੜਾ ਕਿ ਕਬੀਲੇ ਦੇ ਸਾਰੇ ਪ੍ਰਬੰਧਾਂ ਨੂੰ ਚਲਾਉਂਦਾ ਹੈ, ਹਨਾ। ਜਾਂ ਕਬੀਲੇ ਦਾ ਜਿਹੜਾ ਸਰਦਾਰ ਹੈ ਉਸ ਦੀ ਆਪਣੀ ਇੱਕ ਵੱਖਰੀ ਹਸਤੀ ਦਾ ਹੋਣਾ, ਉਹਦੇ ਨਾਲ ਉਹ ਭਾਵੇਂ MLA MP ਕਾਉਂਸਲਰ ਕੁਝ ਵੀ ਨਾ ਹੋਵੇ, ਪਰ ਉਹ ਕਬੀਲੇ ਦੇ ਵਿੱਚ ਉਸ ਦੀ ਇੱਕ ਵੱਖਰੀ ਰਾਜਨੀਤਿਕ ਸੱਤਾ ਵਾਲੀ ਸਥਿਤੀ ਹੁੰਦੀ ਹੈ। ਤੇ ਇਸੇ ਤਰ੍ਹਾਂ ਨਾਲ ਇਹ ਵੀ ਕਿ ਜਿਹੜੀ ਕਬੀਲੇ ਦੇ ਵਿੱਚ ਅੰਦਰੂਨੀ ਤੌਰ ਤੇ ਇੱਕ ਕੰਮ ਵੰਡ ਵੀ ਹੈ, ਹਨਾ। ਜਿਵੇਂ ਸਾਡੇ ਕੋਲ ਇੱਕ ਆਧੁਨਿਕ ਕੰਮ ਵੰਡ ਹੈ, ਤੇ ਜਦੋਂ ਅਸੀਂ ਵਰਣ ਵਿਵਸਥਾ ਦੀ ਗੱਲ ਕਰਦੇ ਹਾਂ ਤਾਂ ਇੱਕ ਉਸ ਵਰਣ ਵਿਵਸਥਾ ਦੇ ਪਿਛੋਕੜ ਦੇ ਵਿੱਚ ਵੀ ਕੰਮ ਵੰਡ ਸੀਗੀ, ਤਾਂ ਕਬੀਲੇ ਦੇ ਵਿੱਚ ਆਪਣੇ ਤਰ੍ਹਾਂ ਦੀ ਇੱਕ ਕੰਮ ਵੰਡ ਹੈ। ਉਹ ਕੰਮ ਵੰਡ, ਸਾਡੀ ਕੰਮ ਵੰਡ ਜਿਹੜੀ ਆਮ ਸਧਾਰਨ ਕੰਮ ਵੰਡ ਹੈ, ਆਧੁਨਿਕ ਜਾਂ ਜਿਹੜੀ ਪੁਰਾਣੀ ਜਿਹੜੀ ਵਰਣ ਵਿਵਸਥਾ ਵਾਲੀ ਕੰਮ ਵੰਡ ਉਸ ਤੋਂ ਵੱਖਰੀ ਕੰਮ ਵੰਡ ਹੈ। ਠੀਕ ਹੈ। ਉਹਨਾਂ ਦੇ ਕੰਮ ਜਿਹੜੇ ਹੈਗੇ ਨੇ, ਜਿਨ੍ਹਾਂ ਨੇ ਮਤਲਬ ਜਿਹੜੇ ਜਿਨ੍ਹਾਂ ਨੇ ਨਿਰਣਾਇਕ ਦਾ ਰੋਲ ਅਦਾ ਕਰਨਾ, ਉਹ ਖਾਸ ਕਿਸਮ ਦੇ ਗੋਤ ਨੇ ਜਿਹੜੇ ਕਿ ਨਿਰਣਾਇਕ ਦਾ ਰੋਲ ਅਦਾ ਕਰਨਗੇ, ਹਨਾ। ਤਾਂ ਇਸ ਤਰ੍ਹਾਂ ਨਾਲ ਜਿਹੜੀ ਇਸ ਤਰ੍ਹਾਂ ਦੀ ਕੰਮ ਵੰਡ ਉਹਨਾਂ ਦੇ ਕੋਲ ਹੈਗੀ ਆ। ਜਿਹੜੇ ਇੱਕ ਤਰ੍ਹਾਂ ਦੇ ਜੱਜ ਵੱਖਰੇ ਹੋਣਗੇ, ਜਿਹੜੇ ਵਿਆਹਾਂ ਨਾਲ ਜੁੜੇ ਹੋਏ ਲੋਕ ਨੇ ਵੱਖਰੇ ਹੋਣਗੇ, ਤੇ ਕਬੀਲਿਆਂ ਦੇ ਵਿੱਚ ਇਸ ਕਿਸਮ ਦੀ ਪਛਾਣ ਵੀ ਹੁੰਦੀ ਹੈ ਕਿ ਤੁਸੀਂ ਬੰਦੇ ਨੂੰ ਜ਼ਰੂਰੀ ਨਹੀਂ ਜਾਣਦੇ ਹੋ, ਪਰ ਜੇ ਕਿਸੇ ਦੁੱਖ ਸੁੱਖ ਦੇ ਵਿੱਚ ਕੋਈ ਕਬੀਲੇ ਦਾ ਭਾਈਬੰਦ ਪਿਆ ਨਜ਼ਰ ਆਉਂਦਾ ਤਾਂ ਉਸ ਦੇ ਵਿੱਚ ਸ਼ਾਮਿਲ ਹੋਣਾ, ਹਨਾ। ਇਸ ਤਰ੍ਹਾਂ ਦੀ ਪਛਾਣ ਵੀ ਹੁੰਦੀ ਹੈ। ਇਸ ਦੇ ਨਾਲ ਇੱਕ ਵੱਖਰੀ ਜਿਹੜੀ ਮਹੱਤਵਪੂਰਨ ਹੋਰ ਗੱਲ ਹੈਗੀ ਆ, ਉਹ ਹੈਗੀ ਆ ਕਬੀਲੇ ਦਾ ਆਪਣਾ ਜਿਹੜਾ ਧਰਮ।
ਸਾਡੇ ਕੋਲ ਜਿਹੜੇ ਮੁੱਖ ਧਾਰਾ ਦੇ ਧਰਮ ਨੇ, ਅਸੀਂ ਜਿਵੇਂ ਹਿੰਦੂ, ਸਿੱਖ, ਮੁਸਲਮਾਨ, ਈਸਾਈਅਤ ਦੀ ਗੱਲ ਕਰਦੇ ਹਾਂ, ਤਾਂ ਕਬੀਲੇ ਜਿਹੜੇ ਹੈਗੇ ਨੇ ਉਹ ਇਹਨਾਂ ਧਰਮਾਂ ਤੋਂ ਸੁਤੰਤਰ ਇਹਨਾਂ ਦਾ ਆਪਣਾ ਇੱਕ ਧਾਰਮਿਕ ਆਸਥਾ ਦਾ ਪ੍ਰਬੰਧ ਹੈ। ਇਸ ਕਰਕੇ ਇਹਨਾਂ ਦੇ ਮੇਲੇ ਵੀ ਵੱਖਰੇ ਨੇ, ਹੈ ਨਾ, ਇਹਨਾਂ ਦੇ ਤਿਉਹਾਰ ਵੀ ਵੱਖਰੇ ਨੇ। ਇਹ ਸਾਡੇ ਮੁੱਖ ਧਾਰਾ ਦੇ ਧਰਮਾਂ ਦੇ ਵਿੱਚ ਹੁੰਦੇ ਹੋਏ ਵੀ ਕਿਤੇ ਕਿਤੇ ਇਹਨਾਂ ਦੀਆਂ ਵੱਖਰੀਆਂ ਆਸਥਾਵਾਂ ਵੀ ਮੌਜੂਦ ਨੇ, ਹੈ ਨਾ। ਇਹ ਆਸਥਾਵਾਂ ਮੁੱਖ ਧਾਰਾ ਦੇ ਧਰਮਾਂ ਤੋਂ ਇਹਨਾਂ ਨੂੰ ਨਿਖੇੜ ਦਿੰਦੀਆਂ ਨੇ, ਵੱਖਰਾ ਕਰ ਦਿੰਦੀਆਂ ਨੇ। ਲੋਕ ਹਿੰਦੂ, ਸਿੱਖ, ਮੁਸਲਮਾਨ ਹੋ ਸਕਦੇ ਹੋਣਗੇ, ਪਰ ਜਿਹੜੇ ਕਬੀਲੇ ਨੇ ਉਹਨਾਂ ਦਾ ਆਪਣਾ ਇੱਕ ਧਾਰਮਿਕ ਆਸਥਾਵਾਂ ਦਾ ਪ੍ਰਬੰਧ ਹੈ, ਤੇ ਇਹ ਜਿਹੜੇ ਕੁਦਰਤ ਦੀਆਂ ਤਾਕਤਾਂ ਨੇ ਉਹਨਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਨੇ। ਜਿਵੇਂ ਡਾਕਟਰ ਦਰਿਆ ਨੇ ਆਪਣੀ ਖੋਜ ਰਾਹੀਂ ਦਰਸਾਇਆ ਕਿ ਸ਼ਾਇਦ ਸਾਂਸੀ ਕਬੀਲੇ ਦੇ ਵਿੱਚ ਹੀ ਜਦੋਂ ਵਿਆਹ ਕਰਦੇ ਨੇ ਤਾਂ ਉਹ ਪਾਣੀ ਦੇ ਆਲੇ ਦੁਆਲੇ ਵਿਆਹ ਕਰਦੇ, ਜਿਵੇਂ ਅਸੀਂ ਅਗਨੀ ਦੇ ਆਲੇ ਦੁਆਲੇ ਵਿਆਹ ਕਰਦੇ ਹਾਂ, ਅਗਨੀ ਨੂੰ ਸਾਖੀ ਮੰਨਦੇ ਹਾਂ, ਤਾਂ ਉਹ ਪਾਣੀ ਦੇ ਕਿਸੇ ਸਰੋਤ ਦੇ ਉਹਨੂੰ ਕੇਂਦਰ ਦੇ ਵਿੱਚ ਰੱਖ ਕੇ ਉਹਦੇ ਆਲੇ ਦੁਆਲੇ ਵਿਆਹ ਦੀਆਂ ਰਸਮਾਂ ਕਰਨਗੇ। ਇੱਕ ਵਿਸ਼ੇਸ਼ ਕਬੀਲੇ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਪਾਣੀ ਜਿਹੜਾ ਹੈਗਾ ਉਹਨਾਂ ਦੇ ਵਾਸਤੇ ਇੱਕ ਕੇਂਦਰੀ ਥਾਂ ਰੱਖਦਾ, ਤੇ ਪਾਣੀ ਦੀ ਪੂਜਾ ਜਿਹੜੀ ਹੈਗੀ ਆ ਉਹ ਕਬੀਲਿਆਂ ਦੇ ਵਿੱਚ ਪ੍ਰਮੁੱਖ ਹੈ। ਸਾਡੇ ਕੋਲ ਅਸੀਂ ਅਗਨੀ ਦੀ ਪੂਜਾ ਕਰਦੇ ਹਾਂ, ਤੇ ਕਬੀਲੇ ਜਿਹੜੇ ਹੈਗੇ ਨੇ ਉਹ ਪਾਣੀ ਨੂੰ ਕੇਂਦਰ ਦੇ ਵਿੱਚ ਰੱਖਦੇ ਨੇ। ਤਾਂ ਇਹਦਾ ਮਤਲਬ ਉਹਨਾਂ ਦੀਆਂ ਆਸਥਾਵਾਂ ਦਾ ਪ੍ਰਬੰਧ ਸਾਡੀਆਂ ਆਸਥਾਵਾਂ ਦੇ ਪ੍ਰਬੰਧ ਨਾਲੋਂ ਵੱਖਰਾ ਪ੍ਰਬੰਧ ਬਣ ਜਾਂਦਾ। ਇਸ ਕਰਕੇ ਉਹਨਾਂ ਦੀ ਕਿਹੜੇ ਕਬੀਲੇ 'ਚ ਰੱਖਿਆ ਜਾਂਦਾ ਜੀ ਪਾਣੀ ਮੁੱਖ? ਧਾਰਮਿਕ ਤੌਰ ਤੇ ਵੀ ਜਿਹੜੀ ਹੈਗੀ ਆ ਉਹਨਾਂ ਦੀ ਆਸਥਾ ਸਾਡੇ ਤੋਂ ਵੱਖਰੀ ਆ। ਅਗਲੀ ਗੱਲ ਜਿਹੜੀ ਹੈਗੀ ਆ ਉਹ ਜ਼ਿਆਦਾ ਮਹੱਤਵਪੂਰਨ ਹੈ, ਜਿਹੜੀ ਸਾਡੀ ਖੋਜ ਦੇ ਵਿੱਚ ਧਿਆਨ ਦੇ ਵਿੱਚ ਆਈ ਕਿ ਇਹਦੇ 'ਚ ਕੰਮ ਵੰਡ ਤਾਂ ਹੈਗੀ ਆ, ਪਰ ਉਵੇਂ ਜਮਾਤੀ ਨਿਖੇੜੇ ਨਹੀਂ ਹੈਗੇ ਜਿਸ ਤਰ੍ਹਾਂ ਦੇ ਜਮਾਤੀ ਨਿਖੇੜਿਆਂ ਦੇ ਵਿੱਚ ਅਸੀਂ ਵੱਸਦੇ ਹਾਂ। ਜਮਾਤ ਜਿਹੜੀ ਹੈਗੀ ਆ ਉਹ ਬੰਦੇ ਨੂੰ ਬੰਦੇ ਤੋਂ ਨਿਖੇੜਦੀ ਆ। ਉਤਪਾਦਨ ਦੇ ਜਿਹੜੇ ਸਿੱਟੇ ਨੇ ਜਾਂ ਜੋ ਕੁਝ ਅਸੀਂ ਉਤਪਾਦਨ ਕਰਦੇ ਹਾਂ ਉਸ ਦੀ ਵੰਡ ਦੇ ਮਾਮਲੇ ਦੇ ਵਿੱਚ, ਤੇ ਕੌਣ ਕੰਮ ਕਰਦਾ ਹੈ ਤੇ ਕੌਣ ਉਸ ਕੰਮ ਦੇ ਨਤੀਜਿਆਂ ਜਾਂ ਸਿੱਟਿਆਂ ਦੀ ਜਾਂ ਫਲ ਦੇ ਉੱਪਰ ਕਾਬਜ਼ ਹੁੰਦਾ ਤੇ ਵਰਤੋਂ ਉਸ ਦੀ ਕਰਦਾ ਹੈ ਨਾ। ਜਮਾਤ ਉਦੋਂ ਹੋਣ ਚਾਹੁੰਦੀ ਹੈ ਜਦੋਂ ਉਤਪਾਦਨ ਕਰਨ ਵਾਲਾ ਤੇ ਉਤਪਾਦਨ ਦੇ ਸਿੱਟਿਆਂ ਦਾ ਜਿਹੜਾ ਮਾਲਕ ਹੈ ਉਹ ਵੱਖਰਾ ਵੱਖਰਾ ਹੋ ਜਾਂਦਾ ਹੈ ਨਾ। ਕਿ ਕੰਮ ਕਰਨ ਵਾਲਾ ਵੱਖਰਾ ਹੈ, ਕੰਮ ਕਰਨ ਵਾਲਾ ਹੋਰ ਵਿਅਕਤੀ ਹੈ, ਤੇ ਉਸ ਕੰਮ ਦੇ ਵਿੱਚ ਜੋ ਪੈਦਾ ਹੋਇਆ ਉਸ ਦੇ ਉੱਪਰ ਕਾਬਜ਼ ਕੋਈ ਹੋਰ ਵਿਅਕਤੀ ਹੈ। ਜਦੋਂ ਇਸ ਕਿਸਮ ਦੀ ਸਥਿਤੀ ਖੜੇ ਹੁੰਦੀ ਹੈ ਤਾਂ ਜਮਾਤ ਹੋਣ ਦੇ ਵਿੱਚ ਆਉਂਦੀ ਹੈ। ਠੀਕ ਹੈ। ਜਦੋਂ ਅਸੀਂ ਆਧੁਨਿਕਤਾ ਦੇ ਸਮੇਂ ਦੇ ਵਿੱਚ ਉਦਯੋਗਿਕ ਉਤਪਾਦਨ ਦੀ ਗੱਲ ਕਰਦੇ ਹਾਂ ਤਾਂ ਉਦਯੋਗਿਕ ਉਤਪਾਦਨ ਦੇ ਵਿੱਚ ਕੰਮ ਕਰਨ ਵਾਲਾ ਜਿਹੜਾ ਹੈਗਾ ਉਸਨੂੰ ਅਸੀਂ ਪ੍ਰੋਲਤਾਰੀ ਕਹਿੰਦੇ ਹਾਂ, ਹੈ ਨਾ, ਕਿ ਉਹ ਆਪਣੇ ਹੱਥਾਂ ਦੀ ਕਿਰਤ ਦੇ ਨਾਲ ਕਿਸੇ ਚੀਜ਼ ਦਾ ਉਤਪਾਦਨ ਕਰਦਾ ਹੈ, ਤੇ ਉਤਪਾਦਨ ਦੇ ਵਿੱਚ ਜੋ ਵੀ ਕੱਚਾ ਮਾਲ ਲੱਗਦਾ ਉਸ ਨੂੰ ਮੁਹੱਈਆ ਕਰਵਾਉਣਾ, ਤੇ ਉਸ ਤੋਂ ਬਾਅਦ ਜਿਹੜੀਆਂ ਮਸ਼ੀਨਰੀ ਹੈ ਜਿਸ ਦੇ ਰਾਹੀਂ ਉਤਪਾਦਨ ਹੋਣਾ ਉਸ ਨੂੰ ਸਥਾਪਿਤ ਕਰਨਾ, ਉਸ ਭੂਮੀ ਜਿਸ ਦੇ ਉੱਪਰ ਕੋਈ ਉਦਯੋਗ ਸਥਾਪਿਤ ਹੋਣਾ ਉਸ ਦੀ ਮਲਕੀਅਤ ਵਾਲਾ ਜਿਹੜਾ ਵਿਅਕਤੀ ਹੈ ਉਹੀ ਫਿਰ ਉਤਪਾਦਨ ਦੇ ਨਤੀਜਿਆਂ ਨੂੰ, ਉਤਪਾਦਨ ਦੇ ਫਲ ਨੂੰ ਵੀ ਕੰਟਰੋਲ ਕਰਦਾ। ਇਸ ਕਿਸਮ ਦੀ ਜਿਹੜੀ ਜਮਾਤੀ ਸਥਿਤੀ ਹੈ ਉਹ ਕਬੀਲਿਆਂ ਦੇ ਵਿੱਚ ਤੁਹਾਨੂੰ ਨਜ਼ਰ ਨਹੀਂ ਆਊਗੀ। ਇਸ ਕਰਕੇ ਕਬੀਲੇ ਇੱਕ ਤਰ੍ਹਾਂ ਨਾਲ ਜਮਾਤ ਰਹਿਤ ਪ੍ਰਬੰਧ ਬਣ ਜਾਂਦੇ ਨੇ, ਤੇ ਕਬੀਲਿਆਂ ਦੇ ਆਪਸੀ ਸੰਬੰਧਾਂ ਦੇ ਵਿੱਚ ਜਮਾਤਾਂ ਦਾ ਕੋਈ ਰੋਲ ਨਹੀਂ ਹੁੰਦਾ, ਹੈ ਨਾ। ਕਬੀਲੇ ਵਿੱਚ ਇਸ ਕਿਸਮ ਦੇ ਨਿਖੇੜੇ ਨਹੀਂ ਹੈਗੇ। ਜਿਵੇਂ ਕਿ ਮੈਂ ਆਪਾਂ ਮਨਮੋਹਨ ਬਾਵਾ ਦੀ ਕਵਿਤਾ ਦਾ ਜਿਹੜਾ ਹਵਾਲਾ ਦਿੱਤਾ ਸੀ ਕਿ ਉੱਥੇ ਇਹ ਨਿਖੇੜਾ ਨਹੀਂ ਹੈਗਾ ਕਿ ਕੋਈ ਅੰਦਰ ਇੱਕ ਬੰਦਾ ਤਾਂ ਏਸੀ ਦੇ ਵਿੱਚ ਬੈਠਾ ਤੇ ਬਾਹਰ ਇੱਕ ਉਹਦਾ ਜਿਹੜਾ ਸਹਾਇਕ ਹੈ ਉਹ ਉੱਥੇ ਗਰਮੀ ਦੇ ਵਿੱਚ ਮਰ ਰਿਹਾ ਤੇ ਬਾਹਰ ਕੁਰਸੀ ਦੇ ਵਿੱਚ ਉੱਪਰ ਬੈਠ ਕੇ, ਹੈ ਨਾ, ਗਰਮੀ ਨੂੰ ਝੱਲ ਰਿਹਾ। ਤਾਂ ਜੋ ਸਹੂਲਤਾਂ ਉਪਲਬਧ ਨੇ ਉਹ ਸਾਂਝੀਆਂ ਨੇ, ਜੋ ਸਾਂਝੇ ਤੌਰ ਤੇ ਜਿਹੜਾ ਜੀਵਨ ਹੈ ਉਹਨਾਂ ਦਾ, ਉਸ ਦੇ ਵਿੱਚ ਇਸ ਕਿਸਮ ਦੇ ਜਮਾਤੀ ਨਿਖੇੜੇ ਨਹੀਂ ਹੈਗੇ। ਇਹ ਗੱਲ ਹਲੇ ਆਪਾਂ ਪੂਰਵ ਅਨੁਮਾਨ ਦੇ ਰੂਪ ਦੇ ਵਿੱਚ ਕਹਿ ਰਹੇ ਹਾਂ, ਤੇ ਜਿੰਨੀ ਹੁਣ ਤੱਕ ਅਸੀਂ ਕਬੀਲਿਆਂ ਦੀ ਸਟੱਡੀ ਕੀਤੀ ਆ ਉਸ ਦੇ ਵਿੱਚ ਜਿਹੜੀ ਹੈਗੀ ਆ ਇਹ ਗੱਲ ਹੁਣ ਤੱਕ ਨਿੱਤਰ ਕੇ ਸਾਹਮਣੇ ਆਈ ਹੈ ਕਿ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਜਮਾਤੀ ਪ੍ਰਬੰਧ ਨਹੀਂ ਹੈਗਾ। ਉਹਨਾਂ 'ਚ ਕੋਈ ਇਸ ਕਿਸਮ ਦੇ ਵਿੱਚ ਜਮਾਤੀ ਨਿਖੇੜੇ ਨਹੀਂ ਹੈਗੇ। ਜਮਾਤ ਦੇ ਆਧਾਰ ਦੇ ਉੱਪਰ ਇੱਕ ਦੂਜੇ ਤੋਂ ਨਿਖੜਨਾ, ਵਿਤਕਰਾ ਕਰਨਾ, ਇਸ ਕਿਸਮ ਦੀਆਂ ਬਣਤਰਾਂ ਕਬੀਲਿਆਂ ਦੇ ਵਿੱਚ
ਨਹੀਂ ਹੈਗੀਆਂ। ਤੇ ਇਹ ਗੱਲ ਜਿੱਥੇ ਮੈਂ ਇਹ ਆਪਣੇ ਪੰਜਾਬ ਦੇ ਕਬੀਲਿਆਂ ਬਾਰੇ ਕਹਿ ਰਿਹਾ ਕਿ ਪੂਰਵਾਨੁਮਾਨ ਦੇ ਰੂਪ ਦੇ ਵਿੱਚ, ਹਾਈਪੋਥੀਸਿਸ ਦੇ ਰੂਪ ਚ ਕਹਿ ਰਹੇ ਹਾਂ, ਇਹ ਗੱਲ ਪੱਕੇ ਤੌਰ ਤੇ ਪੂਰੀ ਵਿਗਿਆਨਕ ਕਹੀਏ ਕਿ ਉਸ ਤਰਕ ਦੇ ਆਧਾਰ ਦੇ ਉੱਪਰ ਜਿਹੜੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਕਬੀਲੇ ਨੇ ਉਹਨਾਂ ਬਾਰੇ ਕਹੀ ਜਾ ਸਕਦੀ ਕਿ ਉਹਨਾਂ ਦੇ ਵਿੱਚ ਬਿਲਕੁਲ ਕੋਈ ਇਸ ਕਿਸਮ ਦਾ ਕਲਾਸ ਜਿਹੜਾ ਸਟਰਕਚਰ ਹੈ, ਕਲਾਸ ਜਮਾਤੀ ਬਣਤਰ ਹੈ, ਉਹ ਉਹਨਾਂ ਦੇ ਵਿੱਚ ਨਹੀਂ ਹੁੰਦੀ ਹੈਗੀ। ਤਾਂ ਇਹ ਆਪਣੇ ਤੌਰ ਤੇ ਇੱਕ ਤਰ੍ਹਾਂ ਦਾ ਜਿਹੜਾ ਸਾਮਵਾਦੀ ਢਾਂਚਾ ਹੀ ਬਣ ਜਾਂਦਾ ਹੈ, ਜਿਸ ਨੂੰ ਅਸੀਂ ਮਨੁੱਖੀ ਫਿਤਰਤ ਦੇ ਜਾਂ ਮਨੁੱਖੀ ਸਮੂਹਾਂ ਦੀ ਫਿਤਰਤ ਦੇ ਵਿੱਚ ਜਿਹੜੀ ਬਰਾਬਰੀ ਦੀ ਗੱਲ, ਨਿਆਂ ਦੀ ਗੱਲ ਤੇ ਮਨੁੱਖੀ ਹੋਂਦ ਦਾ ਜਿਹੜਾ ਆਦਰ ਕਰਨਾ ਹੈ ਨਾ, ਜਿਸ ਨੂੰ ਸਮਾਜਵਾਦੀ ਸਿਸਟਮ ਨੇ ਆਪਣੇ ਵਿੱਚ ਸ਼ਾਮਿਲ ਕੀਤਾ ਹੈ ਨਾ। ਕੱਲ ਹੀ ਮੈਨੂੰ ਪ੍ਰੋਫੈਸਰ ਪਰਮਜੀਤ ਰਮਾਣਾ ਨੇ ਆਪਣੇ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਤੋਂ ਰਿਟਾਇਰ ਹੋਏ ਨੇ, ਅੰਗਰੇਜ਼ੀ ਦੇ ਪ੍ਰੋਫੈਸਰ, ਉਹਨਾਂ ਨੇ ਇਸ ਗੱਲ ਦਾ ਸੁਝਾਅ ਦਿੱਤਾ ਕਿ ਜਿਹੜਾ ਅਸੀਂ ਕਹਿ ਰਹੇ ਹਾਂ ਕਿ ਬਹੁਤ ਸਾਰੀਆਂ ਜਿਹੜੀਆਂ ਕਦਰਾਂ ਕੀਮਤਾਂ, ਜਿਹੜੀਆਂ ਮਨੁੱਖੀ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਅਸੀਂ ਅਕਸਰ ਸਮਾਜਵਾਦ ਜਾਂ ਮਾਰਕਸਵਾਦ ਨਾਲ ਜੋੜ ਦਿੰਦੇ ਹਾਂ ਕਿ ਜਿਵੇਂ ਉਹਨਾਂ ਨੇ ਇਹ ਕਦਰਾਂ ਕੀਮਤਾਂ ਪੈਦਾ ਕੀਤੀਆਂ ਹੁੰਦੀਆਂ ਨੇ। ਸਗੋਂ ਇਹ ਆ ਕਿ ਇਹ ਕਦਰਾਂ ਕੀਮਤਾਂ ਸਾਡੇ ਮਨੁੱਖੀ ਸਮੂਹਕ ਜੀਵਨ ਦਾ ਸੁਭਾਵਿਕ ਹਿੱਸਾ ਰਹੀਆਂ ਨੇ, ਜਿਨ੍ਹਾਂ ਨੂੰ ਸਾਮਵਾਦੀ ਜਾਂ ਮਾਰਕਸਵਾਦੀ ਸੋਚ ਨੇ ਕੇਂਦਰੀ ਸਥਾਨ ਦਿੱਤਾ ਹੈ ਨਾ। ਜਿਹੜਾ ਇਹ ਨਿਆਂ ਦੀ ਮੰਗ ਹੈ, ਬਰਾਬਰੀ ਦੀ ਮੰਗ ਹੈ ਨਾ, ਇਹ ਮੰਗ ਜਾਂ ਇਹ ਚਾਹਤ ਜਿਹੜੀ ਹੈਗੀ ਹੈ, ਇਹ ਇੱਕ ਸੁਭਾਵਿਕ ਸਮੂਹਕ ਮਨੁੱਖੀ ਜੀਵਨ ਦੀ ਚਾਹਤ ਹੈ। ਹਰ ਇਨਸਾਨ ਹੀ ਚਾਹੁੰਦਾ ਹੈ ਕਿ ਉਸ ਨੂੰ ਬਰਾਬਰੀ ਦੇ ਪੱਧਰ ਦੇ ਉੱਪਰ ਕਬੂਲਿਆ ਜਾਵੇ, ਉਸ ਨਾਲ ਇਨਸਾਫ ਕੀਤਾ ਜਾਵੇ ਅਤੇ ਉਸ ਦੀ ਹੋਂਦ ਨੂੰ ਸੁਰੱਖਿਅਤ ਮੰਨਿਆ ਜਾਵੇ ਤੇ ਸਵੀਕਾਰ ਕੀਤਾ ਜਾਵੇ, ਉਸ ਦੀ ਹੋਂਦ ਨੂੰ ਦਰੜਿਆ, ਲਤਾੜਿਆ ਜਾਂ ਹਿੰਸਾ ਦਾ ਸ਼ਿਕਾਰ ਨਾ ਬਣਾਇਆ ਜਾਵੇ। ਜਿਹੜੇ ਇਹ ਪ੍ਰਤੀਮਾਨ ਨੇ, ਇਹ ਪ੍ਰਤੀਮਾਨ ਸਾਡੇ ਕੋਲ ਕਬੀਲਿਆਂ ਦਾ ਸੱਭਿਆਚਾਰ ਹੈ, ਉਸ ਦੇ ਵਿੱਚ ਇਹਨਾਂ ਦੇ ਸਾਨੂੰ ਦੀਦਾਰ ਹੋ ਸਕਦੇ ਨੇ, ਹੁੰਦੇ ਨੇ। ਤੇ ਜਦੋਂ ਅਸੀਂ ਉਹਨਾਂ ਕਬੀਲਿਆਂ ਦੇ ਜੀਵਨ ਨੂੰ ਨੇੜਿਓਂ ਦੇਖਾਂਗੇ ਤਾਂ ਇਹ ਬੜਾ ਸਾਨੂੰ ਹੈਰਾਨ ਵੀ ਕਰਦਾ ਕਿ ਇਸ ਕਿਸਮ ਦੀ ਬਰਾਬਰੀ ਦੇ ਜਿਹੜੇ ਪ੍ਰਤੀਮਾਨ ਨੇ, ਇਸ ਕਿਸਮ ਦੇ ਇਨਸਾਫ ਦੇ ਜਾਂ ਨਿਆਂਸ਼ੀਲਤਾ ਦੇ ਪ੍ਰਤੀਮਾਨ ਨੇ, ਉਹ ਸਾਡੀਆਂ ਜਿਹੜੀਆਂ ਕਹੀਏ ਕਿ ਬਣਤਰਾਂ ਨੇ, ਸਮਾਜ ਦੀਆਂ ਬਣਤਰਾਂ ਨੇ, ਉਹਨਾਂ ਦੀ ਤੁਲਨਾ ਦੇ ਵਿੱਚ ਇੱਕ ਹੱਦ ਤੱਕ ਸਾਡੇ ਤੋਂ ਉਹ ਬਿਹਤਰ ਸਥਿਤੀ ਦੇ ਵਿੱਚ ਨਜ਼ਰ ਆਉਂਦੇ ਨੇ। ਜਿਸ ਕਰਕੇ ਜਿਹੜੀ ਔਰਤ ਦੀ ਸਥਿਤੀ ਹੈ, ਉਹ ਵੀ ਸਾਡੀ ਔਰਤ ਦੀ ਤੁਲਨਾ ਦੇ ਵਿੱਚ, ਜਿਹੜੀ ਕਬੀਲਾਈ ਔਰਤ ਹੈ, ਉਹ ਕਬੀਲਾਈ ਮਰਦ ਦੀ ਤੁਲਨਾ ਦੇ ਵਿੱਚ ਇੰਨੀ ਨਿਤਾਣੀ ਨਹੀਂ ਹੈਗੀ, ਇੰਨੀ ਨਿਗੁਣੀ ਨਹੀਂ ਹੈਗੀ, ਜਿਵੇਂ ਕਿ ਸਾਡੇ ਜੀਵਨ ਦੇ ਵਿੱਚ ਕਈ ਵਾਰ ਅਸੀਂ ਉਸਦੇ ਉੱਪਰ ਕਹਿਣ ਨੂੰ ਤਾਂ ਬਹੁਤ ਆਜ਼ਾਦੀਆਂ ਉਹਨੂੰ ਅਸੀਂ ਆਇਦ ਕਰਦੇ ਹਾਂ, ਪਰ ਅਸਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਜਿਹੜੇ ਨਿਰਣੇ ਕਰਨੇ ਨੇ ਉਹ ਉਸਦੇ ਅਖਤਿਆਰ ਦੇ ਵਿੱਚ ਨਹੀਂ ਹੈਗੇ। ਜਦੋਂ ਅਸੀਂ ਕਬੀਲਾਈ ਸੱਭਿਆਚਾਰ ਦੀ ਇਸ ਮੁਤਲਕ ਗੱਲ ਕਰਦੇ ਹਾਂ ਤਾਂ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਟਿਕ ਕੇ ਰਹਿਣ ਵਾਲੇ ਕਬੀਲੇ ਨੇ, ਉਹਨਾਂ ਦੇ ਵਿੱਚ ਵੀ, ਪਹਾੜੀ ਲੋਕਾਂ ਦੇ ਵਿੱਚ ਵੀ, ਤੇ ਸਾਡੇ ਆਪਣੇ ਜਿਹੜੇ ਘਮੰਤੂ ਕਬੀਲੇ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਔਰਤ ਦੀ ਸਥਿਤੀ ਹੈ ਉਹ ਮੁਕਾਬਲਤਨ ਬਰਾਬਰੀ ਵਾਲੀ ਸਥਿਤੀ ਹੈ। ਉਸ ਦੇ ਵਿਚਰਨ ਦੇ ਵਿੱਚ ਬਹੁਤ ਜਿਹੜੇ ਵੱਡੇ ਅੜਚਣਾ ਨਹੀਂ ਹੈਗੀਆਂ ਕਿ ਉਹ ਕਿੱਥੇ ਵਿਚਰ ਸਕਦੀ, ਕਿੱਥੇ ਨਹੀਂ ਵਿਚਰ ਸਕਦੀ। ਜਿਹੜੀਆਂ ਵਿਆਹ ਨਾਲ ਬੰਦਿਸ਼ਾਂ ਨੇ, ਨਾਲ ਸੰਬੰਧਿਤ ਬੰਦਿਸ਼ਾਂ ਨੇ, ਉਹ ਕਬੀਲੇ ਦੇ ਅੰਦਰ ਗਤੀ ਉਹ ਕਿਸੇ ਵੀ ਨਾਲ ਵਿਆਹ ਕਰਵਾ ਸਕਦੀ ਹੈ। ਇਹ ਬਾਹਰ ਦੀ ਮਨਾਹੀ ਦਾ ਮਸਲਾ ਜਿਹੜਾ ਹੈਗਾ ਕਿ ਬਾਹਰ ਵਿਆਹ ਕਰਨਾ ਤਾਂ ਇੱਕ ਟੈਬੂ ਹੈ, ਕਿ ਬਾਹਰ ਤਾਂ ਵਿਆਹ ਨਹੀਂ ਕਰਨਾ, ਉਹ ਮਰਦ ਵੀ ਨਹੀਂ ਕਰ ਸਕਦਾ ਹੈ ਨਾ। ਕੱਲੀ ਉਹ ਔਰਤ ਦੇ ਉੱਪਰ ਨਹੀਂ ਗੱਲ ਲਾਗੂ ਹੁੰਦੀ ਕਿ ਜਿਹੜਾ ਕਬੀਲਾਈ ਸਿਸਟਮ ਤੋਂ ਬਾਹਰ ਜਿਹੜਾ ਵਿਆਹ ਕਰਨਾ, ਉਹ ਦੋਵਾਂ ਦੇ ਵਾਸਤੇ ਹੀ ਇੱਕੋ ਜਿੰਨੀ ਮਨਾਹੀ ਹੈ। ਪਰ ਅੰਦਰ ਜਦੋਂ ਅਸੀਂ ਕਬੀਲੇ ਦੀ ਬਣਤਰ ਦੇਖਦੇ ਹਾਂ, ਜੇ ਅਸੀਂ ਕਿਰਪਾਲ ਕਜ਼ਾਕ ਹੋਰਾਂ ਦੀ ਖੋਜ ਦੇ ਉੱਪਰ ਭਰੋਸਾ ਕਰੀਏ ਤਾਂ ਉਸ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਹੈ ਕਿ ਉਹ ਔਰਤ ਕਿਸੇ ਵੀ ਨਾਲ ਵਿਆਹ ਸੰਬੰਧ, ਪਿਆਰ ਸੰਬੰਧ ਬਣਾਉਣ ਲਈ ਤੇ ਕਿਸੇ ਨਾਲ ਵੀ ਵਿਆਹ ਕਰਾਉਣ ਵਾਸਤੇ ਸੁਤੰਤਰ ਹੈ। ਜਦੋਂ ਅਸੀਂ ਟੈਟੂਜ਼ ਦੀ ਖੋਜ ਕਰ ਰਹੇ ਸੀ, ਤੰਦੋਲਿਆਂ ਦੀ ਖੋਜ ਕਰ ਰਹੇ ਸੀ, ਤਾਂ ਇਹ ਵੀ ਦੇਖਿਆ ਗਿਆ ਕਿ ਨੇਂਗ ਦੇ ਉੱਪਰ, ਜਿੱਥੇ ਅਸੀਂ ਕਹਿ ਲਓ ਕਿ ਲੱਕ ਦੇ ਉੱਪਰ ਕੋਈ ਚੀਜ਼ ਜਿਹੜਾ ਹੈਗਾ, ਜਦੋਂ ਕੱਪੜਾ ਧਾਰਨ ਕਰਦੇ ਹਾਂ, ਬੰਨ੍ਹਦੇ ਹਾਂ ਨਾਲੇ ਨਾਲ ਜਾਂ ਭਾਵੇਂ ਹੁੱਕ ਨਾਲ ਬੰਨੀਏ, ਤਾਂ ਨੇਂਗ ਦੇ ਉੱਪਰ ਵੀ ਬਹੁਤ ਸਾਰੇ ਇਸ ਕਿਸਮ ਦੇ ਜਿਹੜੇ ਟੈਟੂ ਹੋਣ ਦਾ ਸਾਨੂੰ ਇਸ਼ਾਰਾ ਮਿਲਿਆ, ਜਿਹੜੇ ਕਿ ਕੋਈ ਨਹੀਂ ਦੇਖ ਸਕਦਾ ਹੈ ਨਾ। ਜੇ ਔਰਤ ਨੇ ਕਿਸੇ ਨੇ ਖੁਦਵਾਏ ਹੋਏ ਨੇ ਤਾਂ ਕੋਈ ਦੇਖ ਨਹੀਂ ਸਕਦਾ ਵੀ ਉਹ ਕੌਣ, ਕਿਹਦਾ ਨਾਂ ਖੁਦਵਾਇਆ ਹੋਇਆ। ਤੇ ਕਈ ਵਾਰ ਇੱਕ ਤੋਂ ਵੱਧ ਨਾਮ ਵੀ ਉਹਨਾਂ ਦੇ ਖੁਦਵਾਏ ਹੋਏ ਮਿਲੇ, ਕਿ ਇੱਕ ਨਾਲ ਪ੍ਰੇਮ ਹੋਇਆ, ਉਹਦਾ ਨਾਮ ਖੁਦਵਾਇਆ ਹੋਇਆ ਬਾਂਹ ਦੇ ਉੱਪਰ, ਤੇ ਉਸ ਤੋਂ ਬਾਅਦ ਜਿਹੜਾ ਉਹ ਪ੍ਰੇਮ ਸੰਬੰਧ ਖਤਮ ਹੋ ਗਿਆ, ਕਿਸੇ ਹੋਰ ਨਾਲ ਪ੍ਰੇਮ ਹੋ ਗਿਆ,
ਤੇ ਫਿਰ ਦੂਜਾ ਵੀ ਖੁਦਵਾਇਆ ਹੋਇਆ, ਹੈਨਾ। ਤੇ ਵਿਆਹ ਕਿਸੇ ਹੋਰ ਨਾਲ ਹੋ ਗਿਆ ਤੇ ਤੀਜਾ ਵੀ ਖੁਦਵਾਇਆ ਹੋਇਆ, ਹੈਨਾ। ਤਾਂ ਇਸ ਕਿਸਮ ਦੀ ਜਿਹੜੀ ਖੁੱਲ ਹੈਗੀ ਆ, ਇਸ ਕਿਸਮ ਦੀ ਕਹਿ ਲੈ ਕਿ ਪ੍ਰੇਮ ਸੰਬੰਧਾਂ ਨੂੰ ਲੈ ਕੇ ਇਸ ਕਿਸਮ ਦਾ ਵਤੀਰਾ ਸਾਨੂੰ ਆਪਣੇ ਸੱਭਿਆਚਾਰ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਉਪਰਾ ਲੱਗੂਗਾ, ਹੈਨਾ। ਕਿ ਕਿਰਪਾਲ ਕਜ਼ਾਕ ਹੋਰੀ ਤਾਂ ਇਹ ਵੀ ਦੱਸਦੇ ਨੇ ਕਿ ਜਦੋਂ ਵਿਆਹ ਹੁੰਦਾ ਤਾਂ ਜਿਹੜੀ ਕੁੜੀ ਆਪਣੇ ਨਾਲ ਕਿਸੇ ਵੀ ਤਰ੍ਹਾਂ ਦੇ ਦੋਸਤਾਨਾ ਸੰਬੰਧ ਰੱਖਣ ਵਾਲੇ ਨੂੰ, ਇੱਕ ਵਿਸ਼ੇਸ਼ ਕਬੀਲੇ ਬਾਰੇ ਉਹ ਗੱਲ ਕਰ ਰਹੇ ਨੇ, ਉਸ ਨੂੰ ਜੇ ਉਹ ਸੱਦਾ ਦੇਣ ਦੇ ਵਿੱਚ, 5 ਨੂੰ ਸੱਦਾ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਸ ਨੂੰ ਉਸ ਕਬੀਲੇ ਦੇ ਵਿੱਚ ਇੱਕ ਤਰ੍ਹਾਂ ਨਾਲ ਪੰਚਾਇਤ ਮੈਂਬਰ ਦਾ ਰੁਤਬਾ ਪ੍ਰਾਪਤ ਹੋ ਜਾਂਦਾ। ਕਿ ਇਹਦਾ ਮਤਲਬ ਇਹ ਇੱਕ ਸੰਪਰਕਾਂ ਵਾਲੀ, ਜ਼ਿਆਦਾ ਸੰਪਰਕਾਂ ਵਾਲੀ, ਜ਼ਿਆਦਾ ਸਮਰੱਥਾ ਵਾਲੀ ਔਰਤ ਹੈ, ਹੈਨਾ। ਤਾਂ ਉਸ ਨੂੰ ਜ਼ਿਆਦਾ ਇੱਜ਼ਤ ਨਾਲ ਦੇਖਿਆ ਜਾਂਦਾ, ਇਸ ਦੀ ਬਜਾਏ ਕਿ ਉਸ ਨੂੰ ਇਸ ਗੱਲ ਦੇ ਉੱਪਰ ਛਿਨਾਲ, ਉਸ ਨੂੰ ਚਰਿੱਤਰਹੀਣ ਕਿਹਾ ਜਾਵੇ, ਹੈਨਾ। ਮੈਂ ਤੁਹਾਨੂੰ ਕਿਹਾ ਕਿ ਜੇ ਇਸ ਗੱਲ ਦੇ ਉੱਪਰ ਅਸੀਂ ਕਿਰਪਾਲ ਕਜ਼ਾਕ ਉਹਨਾਂ ਦੀ ਖੋਜ ਤੇ ਭਰੋਸਾ ਕਰੀਏ ਤਾਂ, ਹੈਨਾ। ਤੇ ਇਹ ਗੱਲ ਕਿਉਂਕਿ ਮੇਰੇ ਆਪਣੇ ਧਿਆਨ ਦੇ ਵਿੱਚ ਜਾਂ ਮੇਰੇ ਆਪਣੇ ਅਧਿਐਨ ਦੇ ਵਿੱਚ ਨਹੀਂ ਹੈਗੀ ਉਹਨਾਂ ਦੀ ਕਿਤਾਬ ਤੋਂ ਬਿਨਾਂ, ਤਾਂ ਜੇ ਇਸ ਤਰ੍ਹਾਂ ਦੀ ਸਥਿਤੀ ਦੇਖਦੇ ਹਾਂ ਤਾਂ ਜ਼ਾਹਿਰ ਹੈ ਕਿ ਉਹਨਾਂ ਦੇ ਵਿਆਹ ਪ੍ਰਬੰਧ ਦੇ ਵਿੱਚ ਤੇ ਉਹਨਾਂ ਦੇ ਅੰਤਰ ਵਿਅਕਤੀਗਤ ਸੰਬੰਧਾਂ ਦੇ ਵਿੱਚ ਮੁਕਾਬਲਤਨ ਨਿਆਂਸ਼ੀਲਤਾ ਤੇ ਬਰਾਬਰੀ ਤੁਹਾਨੂੰ ਦੇਖਣ ਨੂੰ ਮਿਲੂਗੀ। ਤੇ ਇਹ ਜਿਹੜੀ ਨਿਆਂਸ਼ੀਲਤਾ ਦੇ ਬਰਾਬਰੀ ਹੈਗੀ ਆ, ਇਹ ਜ਼ਿਆਦਾਤਰ ਕਬੀਲਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਕਿ ਔਰਤ ਮਰਦ ਸੰਬੰਧਾਂ ਦੇ ਵਿੱਚ ਇਸ ਕਿਸਮ ਦੀਆਂ ਨਾ ਬਰਾਬਰੀਆਂ ਜਿਹੜੀਆਂ ਸਾਡੇ ਜੀਵਨ ਦੇ ਵਿੱਚ ਨੇ ਉਹ ਉਹਨਾਂ ਦੇ ਕੋਲ ਨਹੀਂ। ਇੱਕ ਖਾਣੇ ਬਾਰੇ ਇੱਕ ਵਿਦਿਆਰਥੀ ਨੇ ਵਿੱਚ ਸਵਾਲ ਪੁੱਛਿਆ। ਜ਼ਾਹਿਰ ਹੈ ਕਿ ਜਿਹੜਾ ਭੋਜਨ ਹੈ ਹਨਾ, ਉਹ ਵੀ ਨਖੇੜਿਆਂ ਦਾ ਕਾਰਨ ਬਣਦਾ ਹੈ। ਤੁਸੀਂ ਕੀ ਖਾ ਸਕਦੇ ਹੋ, ਕੀ ਨਹੀਂ ਖਾ ਸਕਦੇ, ਇਸ ਸੰਬੰਧੀ ਬੜੇ ਸਖਤ ਟੈਬੂ ਵੀ ਹੁੰਦੇ ਨੇ, ਹਨਾ। ਮੰਨ ਲਓ ਕਿ ਜਿਹੜਾ ਸਾਡਾ ਭਾਰਤੀ ਸਮਾਜ ਹੈ, ਜੇ ਅਸੀਂ ਇਸ ਨੂੰ ਹਿੰਦੂ ਸਮਾਜ ਨਾ ਕਹੀਏ, ਤੇ ਭਾਰਤੀ ਸਮਾਜ ਦੇ ਜਿਹੜੇ ਪੂਰਬਲੇ ਰੂਪ ਨੇ, ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਰਹਿਣ ਵਾਲੇ ਮੂਲ ਵਸਨੀਕ ਨੇ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਉਹ ਗਊ ਦਾ ਮਾਸ ਨਹੀਂ ਖਾਂਦੇ। ਉੱਤਰ ਭਾਰਤ ਦੇ ਵਿੱਚ ਖਾਸ ਕਰਕੇ ਕਹਿ ਸਕਦੇ ਹਾਂ ਅਸੀਂ, ਹਨਾ, ਕਿ ਗਊ ਦਾ ਮਾਸ ਖਾਣਾ ਉਹਨਾਂ ਲਈ ਇੱਕ ਟੈਬੂ ਹੈ। ਤੇ ਇਸੇ ਤਰ੍ਹਾਂ ਨਾਲ ਜਿਹੜਾ ਸੂਰ ਦਾ ਮਾਸ ਖਾਣਾ, ਉਹ ਮੁਸਲਮਾਨ, ਇਸਲਾਮ ਨੂੰ ਮੰਨਣ ਵਾਲੇ ਲੋਕਾਂ ਦੇ ਵਾਸਤੇ ਟੈਬੂ ਹੈ। ਪਰ ਇਹ ਕਿਉਂ ਹੈ? ਇਸ ਦੀ ਆਪਣੀ ਇਹਦਾ ਆਪਣੀ ਮਾਨਵ ਸ਼ਾਸਤਰੀ ਵਿਆਖਿਆ ਹੈ, ਹਨਾ। ਫਿਰ ਅਸੀਂ ਮੰਨ ਲਓ ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਜੇ ਤੁਸੀਂ ਮਾਸ ਖਾਂਦੇ ਹੋ, ਹਨਾ, ਤੁਸੀਂ ਪਹਿਲੀ ਗੱਲ ਤਾਂ ਕਿਤੇ ਕਿਤੇ ਕਿ ਤੁਸੀਂ ਮਾਸਾਹਾਰੀ ਨਹੀਂ ਹੋ ਸਕਦੇ, ਹਨਾ। ਕੁਝ ਧਰਮਾਂ ਦੇ ਵਿੱਚ ਤਾਂ ਕਿ ਤੁਸੀਂ ਨੰਗੇ ਪੈਰ ਇਸ ਕਰਕੇ ਚੱਲੋ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਿਹੜੀ ਹੈਗੀ ਆ, ਕੀੜੀ ਵੀ ਨਾ ਮਰ ਜਾਵੇ, ਹਨਾ। ਇਸ ਕਿਸਮ ਦੀਆਂ ਸਥਿਤੀਆਂ ਵੀ ਹੈਗੀਆਂ ਨੇ। ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਗੱਲ ਕਰਦੇ ਹਾਂ ਤਾਂ ਸਿੱਖਾਂ ਦੇ ਵਿੱਚ ਉਸ ਤਰੀਕੇ ਨਾਲ ਮਾਸ ਖਾਣ ਨੂੰ ਲੈ ਕੇ ਮਨਾਹੀ ਨਹੀਂ ਹੈਗੀ, ਪਰ ਤੁਸੀਂ ਝਟਕਾ ਖਾ ਸਕਦੇ ਹੋ, ਹਲਾਲ ਨਹੀਂ ਖਾ ਸਕਦੇ, ਹਨਾ। ਜਿਹੜਾ ਜਾਨਵਰ ਮਾਰਿਆ ਗਿਆ ਉਹਨੂੰ ਜਦੋਂ ਖਾਣ ਵਾਸਤੇ ਤਿਆਰ ਕਰਨਾ, ਜੇ ਉਹ ਝਟਕੇ ਰਾਹੀਂ ਤਿਆਰ ਕੀਤਾ ਗਿਆ ਤਾਂ ਉਹ ਸਵੀਕਾਰਯੋਗ ਹੈ, ਤੇ ਜਿਹੜਾ ਹਲਾਲ ਰਾਹੀਂ ਤਿਆਰ ਕੀਤਾ ਗਿਆ ਉਹ ਸਵੀਕਾਰਯੋਗ ਨਹੀਂ ਹੈਗਾ। ਉਹ ਜਿਹੜੇ ਇਸਲਾਮ ਤੇ ਸਿੱਖਾਂ ਦੇ ਖਾਣ ਪੀਣ ਦੇ ਤੌਰ ਤਰੀਕਿਆਂ ਦੇ ਵਿੱਚ ਮੁੱਖ ਤੌਰ ਤੇ ਨਖੇੜਾ ਹੋ ਜਾਂਦਾ। ਤਾਂ ਇਸ ਸੂਰਤ ਦੇ ਵਿੱਚ ਜਿਹੜਾ ਖਾਣ ਪੀਣ ਦਾ ਨਖੇੜਾ ਤਾਂ ਲਾਜ਼ਮੀ ਤੌਰ ਤੇ ਇੱਕ ਸਮੂਹ ਨੂੰ ਦੂਸਰੇ ਸਮੂਹ ਨੂੰ, ਇੱਕ ਸੱਭਿਆਚਾਰ ਨੂੰ ਦੂਸਰੇ ਸੱਭਿਆਚਾਰ ਤੋਂ ਨਖੇੜਦਾ ਹੀ ਆ। ਇਹਨਾਂ ਕਬੀਲਿਆਂ ਦੇ ਵੀ ਆਪਣੇ ਕੁਝ ਵੱਖਰੇ ਖਾਣ ਪੀਣ ਦੇ ਕੁਝ ਡਿਸ਼ਜ਼, ਜਿਹਨੂੰ ਕਹਿੰਦੇ ਹਾਂ ਅਸੀਂ, ਕੁਝ ਖਾਸ ਪਕਵਾਨ ਹਰ ਕਬੀਲੇ ਦੇ ਵਿੱਚ ਵੱਖਰੇ ਪਕਵਾਨ ਹੁੰਦੇ ਨੇ, ਉਹ ਸਾਰਿਆਂ ਦੇ ਹੁੰਦੇ ਨੇ, ਹਨਾ। ਉਹ ਮੈਂ ਤੁਹਾਨੂੰ ਕਿਹਾ ਵੀ ਉਹ ਕਬੀਲਾਈ ਸੱਭਿਆਚਾਰ ਦਾ ਕੋਈ ਵੱਖਰਾ ਨਿਖੜਵਾਂ ਲੱਛਣ ਨਹੀਂ ਹੈਗਾ ਕਿ ਇਹਨਾਂ ਦੇ ਵੱਖਰੇ ਪਕਵਾਨ ਨੇ। ਕਿਹੜੇ ਪਕਵਾਨ ਨੇ, ਇਹ ਵੱਖਰੀ ਗੱਲ ਹੋ ਸਕਦੀ ਹੈ ਕਿ ਜਿਹੜੇ ਪਕਵਾਨ ਕੋਈ ਇੱਕ ਆਪਾਂ ਗੱਲ ਕਰ ਰਹੇ ਹਾਂ ਜਨਰਲਾਈਜੇਸ਼ਨ ਦੀ, ਹਨਾ, ਕਿ ਜਨਰਲਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਜਿਹੜੀਆਂ ਗੱਲਾਂ ਦੇ ਉੱਪਰ ਮੁੱਖ ਸੱਭਿਆਚਾਰ ਤੋਂ ਉਹਨਾਂ ਨੂੰ ਨਖੇੜਿਆ ਜਾ ਸਕਦਾ ਹੋਵੇ। ਜਦੋਂ ਅਸੀਂ ਅੰਦਰੂਨੀ ਤੌਰ ਤੇ ਜਾਵਾਂਗੇ ਤਾਂ ਜ਼ਾਹਿਰ ਹੈ ਕਿ ਇੱਕ ਕਬੀਲੇ ਦੇ ਪਕਵਾਨ ਤੇ ਇੱਕ ਕਬੀਲੇ ਦੀਆਂ ਖਾਣ ਦੀਆਂ ਚੀਜ਼ਾਂ ਤੇ ਦੂਸਰੇ ਕਬੀਲੇ ਦੀਆਂ ਖਾਣ ਦੀਆਂ ਚੀਜ਼ਾਂ ਦੇ ਵਿੱਚ ਫਰਕ ਹੋਊਗਾ। ਉਹ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਵੀ ਇਸ ਤਰ੍ਹਾਂ ਦੇ ਜਿਹੜੇ ਨਖੇੜੇ ਨੇ ਉਹ ਤੁਹਾਨੂੰ ਦੂਜੇ ਸੱਭਿਆਚਾਰ ਦੀਆਂ ਤੁਲਨਾ ਦੇ ਵਿੱਚ ਮਿਲ ਜਾਣਗੇ। ਮੰਨ ਲਓ ਅਸੀਂ ਦੁੱਧ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਾਂ, ਤੇ ਦੱਖਣ ਦੇ ਵਿੱਚ ਚਲੇ ਜਾਓ ਤੁਸੀਂ, ਉੱਥੇ ਕੋਈ ਦੁੱਧ ਪੀਂਦਾ ਹੀ ਨਹੀਂ ਹੈਗਾ, ਹਨਾ, ਦੁੱਧ ਲਿਆ ਹੀ ਨਹੀਂ ਜਾਂਦਾ। ਤੇ ਇੱਥੋਂ ਦੇ ਲੋਕ ਕਈ ਵਾਰ ਉੱਥੇ ਜਦੋਂ ਜਾਂਦੇ ਨੇ ਦੱਖਣ ਦੇ ਵਿੱਚ ਤਾਂ ਦੇਖ ਕੇ ਹੱਸ ਪੈਂਦੇ ਜਦੋਂ ਲੈਂਦੇ ਨੇ ਦੁੱਧ, ਵੀ ਤੁਸੀਂ ਸਾਰੇ ਦਿਨ ਵਾਸਤੇ ਪਾਈਆ ਦੁੱਧ ਲੈ ਲਿਆ, ਹਨਾ। ਤਾਂ ਤੁਸੀਂ ਪੰਜਾਬ ਦੇ ਵਿੱਚ ਇਸ ਕਿਸਮ ਦੀ ਕਲਪਨਾ ਜਿਹੜੀ ਹੈਗੀ ਆ ਉਹ ਆਮ ਰੂਪ ਦੇ ਵਿੱਚ
ਨਹੀਂ ਕਰ ਸਕਦੇ। ਇਸ ਦੇ ਆਧਾਰ ਦੇ ਉੱਪਰ ਇੱਕ ਸੱਭਿਆਚਾਰ ਦੂਜੇ ਸੱਭਿਆਚਾਰਾਂ ਨਾਲੋਂ ਵੈਸੇ ਹੀ ਸਾਰੇ ਸੱਭਿਆਚਾਰ ਇੱਕ ਦੂਜੇ ਤੋਂ ਨਿਖੜ ਜਾਂਦੇ ਨੇ ਜਦੋਂ ਅਸੀਂ ਭੋਜਨ ਦੀ ਗੱਲ ਕਰਦੇ ਹਾਂ। ਹਰ ਸੱਭਿਆਚਾਰ ਦੀ ਆਪਣੀ ਵੱਖਰੀ ਭੋਜਨ ਪ੍ਰਣਾਲੀ ਹੁੰਦੀ ਹੈ। ਭੋਜਨ ਪ੍ਰਣਾਲੀ ਦੇ ਵਿੱਚ ਹੁੰਦਾ ਕਿ ਕੀ ਖਾਧਾ ਜਾਣਾ ਹੈ ਨਾ, ਤੇ ਉਸ ਨੂੰ ਕਿਵੇਂ ਤਿਆਰ ਕੀਤਾ ਜਾਣਾ ਖਾਣ ਲਈ, ਹੈ ਨਾ, ਤੇ ਉਸ ਨੂੰ ਕਿਵੇਂ ਪਰੋਸਿਆ ਜਾਣਾ, ਹੈ ਨਾ, ਤੇ ਉਸ ਨੂੰ ਕਿਵੇਂ ਕਿਵੇਂ ਖਾਧਾ ਜਾਣਾ। ਠੀਕ ਹੈ, ਤੇ ਕਿਹੜੇ ਕਿਹੜੇ ਮੌਕਿਆਂ ਦੇ ਉੱਪਰ ਕਿਹੜੇ ਕਿਹੜੇ ਭੋਜਨ ਖਾਧੇ ਜਾਣੇ ਨੇ, ਇਹਨੂੰ ਭੋਜਨ ਪ੍ਰਣਾਲੀ ਕਹਿੰਦੇ ਨੇ। ਠੀਕ ਹੈ, ਤਾਂ ਭੋਜਨ ਪ੍ਰਣਾਲੀ ਦੇ ਵਿੱਚ ਲਾਜ਼ਮੀ ਤੌਰ ਤੇ ਹਰ ਸੱਭਿਆਚਾਰ ਦੂਸਰੇ ਸੱਭਿਆਚਾਰ ਨਾਲੋਂ ਜੇ ਕੋਈ ਵਿਲੱਖਣ ਸੱਭਿਆਚਾਰ ਹੈ ਤਾਂ ਭੋਜਨ ਪ੍ਰਣਾਲੀ ਦੇ ਮਾਮਲੇ ਦੇ ਵਿੱਚ ਵੀ ਕੁਝ ਵਿਲੱਖਣਤਾਵਾਂ ਹੋਣਗੀਆਂ, ਹੈ ਨਾ। ਭੋਜਨ ਸਮੱਗਰੀ ਦੀ ਚੋਣ ਦੇ ਤੋਂ ਲੈ ਕੇ ਭੋਜਨ ਪਰੋਸਣ ਦੇ ਤਰੀਕਿਆਂ ਤੱਕ, ਇੱਥੋਂ ਤੱਕ ਕਿ ਕੌਣ ਭੋਜਨ ਪਰੋਸੂਗਾ, ਕੌਣ ਭੋਜਨ ਬਣਾਊਗਾ, ਹੈ ਨਾ, ਇਸ ਗੱਲ ਨੂੰ ਲੈ ਕੇ ਵੀ ਤੁਹਾਨੂੰ ਨਿੱਕੇ ਨਿੱਕੇ ਅੰਤਰ ਸਮੁੱਚੇ ਤੌਰ ਤੇ ਸਾਰੇ ਸੱਭਿਆਚਾਰਾਂ ਦੇ ਵਿੱਚ ਮਿਲ ਜਾਣਗੇ। ਜਦੋਂ ਆਪਾਂ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਵੱਖ-ਵੱਖ ਕਬੀਲਿਆਂ ਦੀ ਗੱਲ ਕਰਾਂਗੇ ਉਦੋਂ ਅਸੀਂ ਇਹ ਗੱਲ ਕਰਾਂਗੇ ਕਿ ਕਿਹੜਾ ਸੱਭਿਆਚਾਰ ਕਿਹੜਾ ਕਬੀਲਾ ਕਿਸ ਕਿਸਮ ਦੇ ਭੋਜਨਾਂ ਦਾ ਸੇਵਨ ਕਰਦਾ। ਪਰ ਭੋਜਨ ਦੇ ਆਧਾਰ ਦੇ ਉੱਪਰ ਤਾਂ ਹਰ ਸੱਭਿਆਚਾਰ ਹੀ ਦੂਸਰੇ ਸੱਭਿਆਚਾਰਾਂ ਨਾਲੋਂ ਕਿਸੇ ਨਾ ਕਿਸੇ ਸੂਤਰ ਦੇ ਵਿੱਚ, ਕਿਸੇ ਨਾ ਕਿਸੇ ਮਸਲੇ ਦੇ ਵਿੱਚ ਜਾਂ ਕਿਸੇ ਸਮੁੱਚੇ ਸਟਰਕਚਰ ਦੇ ਵਿੱਚ ਵੱਖਰਾ ਹੁੰਦਾ। ਕਬੀਲਿਆਂ ਦਾ ਭੋਜਨ ਵੀ ਉਵੇਂ ਹੀ ਉਹਨਾਂ ਦੇ ਬਣਾਉਣ ਦਾ ਤਰੀਕਾ, ਕੁਝ ਉਹਨਾਂ ਦੀਆਂ ਡਿਸ਼ਿਜ਼ ਵੱਖਰੀਆਂ ਨੇ, ਉਹ ਵੀ ਸ਼ਬਦਾਵਲੀ ਵਰਗੀ ਗੱਲ ਹੀ ਹੈ ਨਾ, ਕਿ ਜਿਵੇਂ ਸ਼ਬਦ ਵੱਖਰੇ ਹੁੰਦੇ ਨੇ ਉਵੇਂ ਭੋਜਨ ਦੀਆਂ ਕੁਝ ਡਿਸ਼ਿਜ਼ ਜਿਹੜੀਆਂ ਨੇ ਹਰ ਸੱਭਿਆਚਾਰ ਦੇ ਵਿੱਚ ਵੱਖਰੀਆਂ ਹੁੰਦੀਆਂ ਨੇ, ਉਹਨਾਂ ਨੂੰ ਬਣਾਉਣ ਦਾ ਤਰੀਕਾ ਵੀ ਵੱਖਰਾ ਹੁੰਦਾ। ਮੈਨੂੰ ਡਾਕਟਰ ਮੋਹਨ ਤਿਆਗੀ ਹੋਣੀ ਕਦੇ ਕਦੇ ਆਪਣੀਆਂ ਜਿਹੜੀਆਂ ਖਾਸ ਡਿਸ਼ਿਜ਼ ਨੇ ਜਿਹੜੀਆਂ ਉਹ ਬਣਾਉਂਦੇ ਨੇ, ਉਹਨਾਂ ਨੇ ਕਿਹਾ ਕਿ ਕਦੇ ਨਾ ਕਦੇ ਤੁਹਾਨੂੰ ਉਹਦਾ ਸਵਾਦ ਵੀ ਸਿਖਾਵਾਂਗੇ। ਇੱਕ ਅੱਧੀ ਵਾਰ ਉਹਨਾਂ ਨੇ ਇਸ ਤਰ੍ਹਾਂ ਨਾਲ ਕੋਈ ਚੀਜ਼ ਲਿਆ ਕੇ ਦਿੱਤੀ ਵੀ ਹੈ ਜਿਹੜੀ ਕਿ ਉਸ ਟਰਾਈਬ ਦੇ ਵਿੱਚ ਹੀ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤਰੀਕੇ ਨਾਲ ਬਣਾਈ ਜਾਂਦੀ ਹੈ। ਤਾਂ ਜ਼ਾਹਿਰ ਹੈ ਕਿ ਭੋਜਨ ਦੇ ਆਧਾਰ ਦੇ ਉੱਪਰ ਇੱਕ ਟਰਾਈਬ ਦੂਜੇ ਟਰਾਈਬ ਨਾਲੋਂ ਤੇ ਇੱਕ ਸਮੂਹ ਦੂਜੇ ਸਮੂਹ ਨਾਲੋਂ ਵੱਖਰਾ ਹੁੰਦਾ। ਇਹ ਜਨਰਲ ਇਹ ਨਖੇੜੇ ਦਾ ਆਧਾਰ ਹੈ। ਇਹ ਇਕੱਲਾ ਜਿਹੜਾ ਕਬੀਲਾਈ ਸੱਭਿਆਚਾਰ ਹੈ ਉਸ ਦੇ ਨਖੇੜੇ ਦਾ ਇਕੱਲੇ ਦਾ ਆਧਾਰ ਨਹੀਂ ਹੈ। ਹਾਲ ਦੀ ਘੜੀ ਅਸੀਂ ਇੱਥੇ ਆਪਣੀ ਗੱਲ ਖਤਮ ਕਰਦੇ ਹਾਂ। ਇਸ ਨੂੰ ਅਸੀਂ ਹੋਰ ਵਿਸਤਾਰ ਦੇਵਾਂਗੇ। ਕੁਝ ਗੱਲਾਂ ਇਹਦੇ ਵਿੱਚ ਹਾਲੇ ਰਹਿ ਵੀ ਗਈਆਂ ਹੋਣਗੀਆਂ ਤੇ ਇਹ ਆਪਾਂ ਮੁੱਖ ਤੌਰ ਤੇ ਜਿਹੜੀਆਂ ਜਨਰਲਾਈਜੇਸ਼ਨਸ ਕਰ ਰਹੇ ਹਾਂ, ਹੈ ਨਾ, ਇਹ ਉਹਨਾਂ ਦੀਆਂ ਗੱਲਾਂ ਅਸੀਂ ਲੱਭਣ ਦੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਵੱਖਰਾ ਧਰਮ ਪ੍ਰਬੰਧ ਹੁੰਦਾ, ਭਾਸ਼ਾਈ ਤੌਰ ਤੇ ਉਹਨਾਂ ਦੀ ਭਾਸ਼ਾ ਜਿਹੜੇ ਘਮੰਤੀ ਕਬੀਲੇ ਨੇ ਉਹਨਾਂ ਦੀ ਇੱਕ ਤਰ੍ਹਾਂ ਦੀ ਗੁਪਤ ਭਾਸ਼ਾ ਦੀ ਉਹ ਵਰਤੋਂ ਕਰਦੇ ਨੇ। ਉਹਨਾਂ ਦਾ ਜਿਹੜਾ ਅੰਦਰਲਾ ਕੰਮ ਵੰਡ ਦਾ ਪ੍ਰਬੰਧ ਹੈ ਨਾ, ਉਸ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਜਮਾਤੀ ਸਿਸਟਮ ਉਹਨਾਂ ਕੋਲ ਨਹੀਂ ਹੈਗਾ, ਜਿਵੇਂ ਸਾਡਾ ਜਿਹੜਾ ਸਮਾਜ ਆ ਜਮਾਤਾਂ ਦੇ ਵਿੱਚ ਵੰਡਿਆ ਹੋਇਆ। ਤੇ ਨਿਆਂਸ਼ੀਲਤਾ ਬਰਾਬਰੀ ਦੇ ਪੈਮਾਨਿਆਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਵਿੱਚ ਔਰਤ ਮਰਦ ਦੀ ਜਿਹੜੀ ਬਰਾਬਰੀ ਹੈਗੀ ਆ ਉਹ ਮੁਕਾਬਲਤਨ ਦੂਜੇ ਸਮਾਜਾਂ ਦੀ ਬਰਾਬਰੀ ਦੀ ਤੁਲਨਾ ਦੇ ਵਿੱਚ ਭਾਵੇਂ ਕੁਆਂਟੀਟੇਟਿਵ ਪੱਧਰ ਤੇ ਹੀ ਕਿਉਂ ਨਾ ਹੋਵੇ, ਪਰ ਉਸ ਦੇ ਵਿੱਚ ਵਧੇਰੇ ਬਰਾਬਰੀ ਮੌਜੂਦ ਹੈ। ਤਾਂ ਇਹ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਅਗਲੇ ਲੈਕਚਰਾਂ ਦੇ ਵਿੱਚ ਇਹਨਾਂ ਨੂੰ ਕਰਕੇ ਵਿਸਤਾਰ ਦੇਵਾਂਗੇ। ਬਹੁਤ